ਹੈਲੋ ਦੋਸਤੋ, ਵੈਲਕਮ ਆ ਤੁਹਾਡਾ ਸਾਡੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਉਮੀਦ ਕਰਦੇ ਹਾਂ ਬਹੁਤ ਵਧੀਆ ਹੋਵੋਗੇ। ਜਿਵੇਂ ਕਿ ਹੁਣ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ ਪੀਪੀਐਸਸੀ ਨੇ ਜਿਹੜੀ ਐਗਜ਼ਾਮ ਦੀ ਡੇਟ ਆ ਉਹ ਦੱਸਤੀ ਆ ਵੀ ਮਾਰਚ 'ਚ ਐਗਜ਼ਾਮ ਤੁਹਾਡਾ ਹੋਣਾਗਾ। ਤਾਂ ਜਿਨ੍ਹਾਂ ਨੇ ਵੀ ਐਗਜ਼ਾਮ ਦੇਣਾਗਾ, ਕਿਉਂਕਿ ਤੁਹਾਨੂੰ ਵੀ ਇਹ ਸੀਗਾ ਵੀ ਐਗਜ਼ਾਮ ਪਤਾ ਨਹੀਂ ਕਦੋਂ ਨੂੰ ਹੋਊਗਾ। ਇੱਕ ਐਂ ਹੁੰਦਾ ਵੀ ਜਦੋਂ ਨੂੰ ਆਪਾਂ ਨੂੰ ਐਗਜ਼ਾਮ ਦੀ ਡੇਟ ਪਤਾ ਲੱਗ ਜਾਂਦੀ ਆ, ਆਪਾਂ ਕਹਿੰਦੇ ਹਾਂ ਨਾ ਵੀ ਉਦੋਂ ਤੋਂ ਜਿਹੜੀ ਸਟੱਡੀ ਆ ਉਹ ਆਪਾਂ ਥੋੜ੍ਹੀ ਜਿਹੀ ਜ਼ਿਆਦਾ ਜ਼ੋਰ ਸ਼ੋਰ ਨਾਲ ਕਰਨ ਲੱਗ ਜਾਂਦੇ ਹਾਂ। ਨਹੀਂ, ਆਪਣੇ ਮਨ ਦੇ ਵਿੱਚ ਇਹ ਹੁੰਦਾ ਵੀ ਹਜੇ ਕੀ ਪਤਾ ਕਿੰਨੇ ਟਾਈਮ ਨੂੰ ਹੋਣਾ, ਵੀ ਆਪਾਂ ਥੋੜ੍ਹਾ ਜਿਹਾ ਠੰਡੇ ਤਰੀਕੇ ਨਾਲ ਪੜ੍ਹਦੇ ਹਾਂ। ਤਾਂ ਹੁਣ ਜਿਹੜੀ ਐਗਜ਼ਾਮ ਦੀ ਡੇਟ ਆ ਉਹ ਤੁਹਾਨੂੰ ਪਤਾ ਲੱਗ ਗਈ ਆ ਵੀ ਮਾਰਚ ਦੇ ਵਿੱਚ ਐਗਜ਼ਾਮ ਹੋਊਗਾ। ਤਾਂ ਜਿਨ੍ਹਾਂ ਦੀ ਤਾਂ ਪ੍ਰੋਪਰ ਪਹਿਲਾਂ ਤੋਂ ਤਿਆਰੀ ਆ ਉਹ ਆਪਦੀ MCQs ਦੇ ਨਾਲ ਆਪਦੀ ਜਿਹੜੀ ਰਿਵੀਜ਼ਨ ਆ ਉਹ ਤੁਸੀਂ ਇੱਕ ਪ੍ਰੋਪਰ ਤਰੀਕੇ ਨਾਲ ਕਰੋ। ਅਤੇ ਜਿਨ੍ਹਾਂ ਦਾ ਰਹਿੰਦਾ ਤੁਸੀਂ ਨਾ ਡੇਜ਼ ਡਿਵਾਈਡ ਕਰ ਲਓ, ਮਤਲਬ ਕਿ ਜਿਵੇਂ ਤੁਸੀਂ ਕਹਿ ਲਓ ਜਿਨ੍ਹਾਂ ਨੇ ਮਤਲਬ ਹਜੇ ਤੱਕ ਕੁਛ ਪੜ੍ਹਿਆ ਜਾਂ ਨਹੀਂ ਪੜ੍ਹਿਆ, ਫਿਰ ਵੀ ਤੁਹਾਡੇ ਕੋਲ 2-2.5 ਮਹੀਨੇ ਦਾ ਟਾਈਮ ਹੈਗਾ, ਫਿਰ ਵੀ ਬਹੁਤ ਟਾਈਮ ਹੁੰਦਾ ਜਿਹਨੇ ਇੱਕ ਵਧੀਆ ਤਿਆਰੀ ਕਰਨੀ ਆ। ਤਾਂ ਤੁਸੀਂ ਉਹਦੇ 'ਚੋਂ ਰੱਖੋ ਵੀ 7-8 ਦਿਨਾਂ ਦੇ ਵਿੱਚ, ਇੰਨੇ ਦਿਨਾਂ ਦੇ ਵਿੱਚ ਪੋਲਿਟੀ ਦਾ ਜਿੰਨਾ ਸਿਲੇਬਸ ਅਸੀਂ ਉਹ ਕਵਰ ਕਰ ਦੇਣਾ। ਤਾਂ ਫਿਰ ਇਹ ਤੋਂ ਬਾਅਦ ਮਤਲਬ ਐਵੇਂ ਕਰਕੇ ਤੁਸੀਂ ਸਾਰੇ ਸਬਜੈਕਟਸ ਨੂੰ ਕਰਨਾਗਾ। ਪਰ ਜਿਹੜਾ ਤੁਹਾਡਾ ਆਪਣਾਗਾ ਮੈਥ ਆ ਜਾਂ ਆਪਣਾ ਰੀਜ਼ਨਿੰਗ ਆ ਉਹਨੂੰ ਤੁਸੀਂ ਡੇਲੀ ਬੇਸਿਸ 'ਤੇ ਕਰਨਾ। ਕਰੰਟ ਅਫੇਅਰ ਆ ਉਹਨਾਂ ਨੂੰ ਤੁਸੀਂ ਰੋਜ਼ ਕਰੋ। ਤਾਂ ਜਿਹੜਾ ਇਹ ਕੁਛ ਆ ਨਾ, ਤੁਸੀਂ ਐਵੇਂ ਜਦੋਂ ਕਰੋਗੇ ਤਾਂ ਤੁਹਾਡੀ 2 ਤੋਂ 3 ਵਾਰੀ ਰਿਵੀਜ਼ਨ ਹੋ ਜਾਣੀ ਆ, ਨਾਲ MCQ ਜ਼ਰੂਰ ਕਰਨੇ ਆ। ਤਾਂ ਤੁਹਾਡਾ ਜਿਹੜਾ ਇੱਕ ਪ੍ਰੋਪਰ ਤਿਆਰੀ ਆ ਉਹ ਵਧੀਆ ਸਿਹਤ ਦੇ ਵਿੱਚ ਚੱਲੂਗੀ। ਤਾਂ ਐਵੇਂ ਬਾਕੀ ਉਦੋਂ ਤੱਕ ਆਪਾਂ ਵੀ ਤੁਹਾਡੇ ਤਕਰੀਬਨ ਸਾਰੇ ਟੌਪਿਕ ਨੇ ਜਿਹੜੇ ਕਵਰ ਕਰਵਾ ਦੇਣੇ ਨੇ। ਤਾਂ ਤੁਸੀਂ ਸਾਡੇ ਨਾਲ ਵੀ ਜੁੜੇ ਰਹਿ ਸਕਦੇ ਹੋ, ਤਾਂ ਤੁਹਾਡੀ ਤਿਆਰੀ ਇੱਕ ਬਿਹਤਰੀਨ ਤਰੀਕੇ ਨਾਲ ਹੋ ਸਕਦੀ ਆ। ਜਿਨ੍ਹਾਂ ਨੇ ਹਜੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਰਿਕੁਐਸਟ ਆ ਵੀ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਜ਼ਿਆਦਾ ਤੋਂ ਜ਼ਿਆਦਾ ਅੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਤਾਂ ਆਪਾਂ ਇਨਵਾਇਰਨਮੈਂਟ ਦੇ ਬਾਰੇ ਟੌਪਿਕ ਆ ਗਿਆ ਜਿਹੜਾ, ਉਹਦੇ ਬਾਰੇ ਕਰਾਂਗੇ। ਤਾਂ ਰਾਮਸਰ ਵੈਟਲੈਂਡਸ, ਠੀਕ ਆ। ਵੈਸੇ ਇਹ ਆਪਣਾ ਕਰੰਟ ਦਾ ਟੌਪਿਕ ਵੀ ਬਣਦਾ ਹੈਗਾ, ਤਾਂ ਵੀ ਆਪਾਂ ਇਹਦੇ ਬਾਰੇ ਗੱਲ ਕਰਨੀ ਆ ਕਿਉਂਕਿ ਪੰਜਾਬ ਦੇ ਵਿੱਚ ਆ ਜਿਹੜੇ ਉਹ ਨਵੇਂ ਸ਼ਾਮਲ ਕੀਤੇ ਗਏ ਸੀਗੇ। ਤਾਂ ਇਹਦਾ ਬੈਕਗਰਾਊਂਡ ਕੀ ਆ, ਇਹਦੇ ਫੈਕਟ ਕੀ ਨੇ, MCQ। ਤਾਂ ਇਹ ਆਪਣਾ ਅੱਜ ਦਾ ਟੌਪਿਕ ਦਾ ਰਹਿਣ ਵਾਲਾ। ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਤਾਂ ਤੁਹਾਨੂੰ ਇਹਦਾ ਜਿਹੜਾ ਆਪਾਂ ਜਿਵੇਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਨਾ, ਪੁਰਜਾ ਕਲੀਅਰ ਹੋ ਜਾਊਗਾ। ਤਾਂ ਐਵੇਂ ਤੁਹਾਨੂੰ ਆਪਾਂ ਕ੍ਰਿਸਟਲ ਕਲੀਅਰ ਕਰ ਦੇਣਾ ਵੀ ਇਹ ਹੁੰਦਾ ਕੀ ਆ, ਕਦੋਂ ਹੋਇਆ ਸੀ, ਕੀ ਗੱਲਬਾਤ ਹੁੰਦੀ ਆ। ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਔਰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਾਂਝੀ ਜ਼ਰੂਰ ਕਰਨੀ। ਤਾਂ ਦੇਖੋ, ਸਭ ਤੋਂ ਪਹਿਲਾਂ ਆਪਾਂ ਕੁਐਸਚਨ ਦੇਖਦੇ ਹਾਂ। ਤਾਂ ਇਹਦੇ 'ਚ ਇਹਨਾਂ ਨੇ ਆਪਾਂ ਨੂੰ ਸਟੇਟਮੈਂਟਸ ਦਿੱਤੀਆਂ ਨੇ ਵੈਟਲੈਂਡ ਕਨਵੈਨਸ਼ਨ ਦੇ ਬਾਰੇ। ਤਾਂ ਇਹਨਾਂ ਦੇ ਵਿੱਚ ਇਹਨਾਂ ਨੇ ਪੁੱਛਿਆ ਵੀ ਇਹਦੇ 'ਚੋਂ ਕਿਹੜੀ ਸਟੇਟਮੈਂਟ ਕਰੈਕਟ ਆ। ਤਾਂ ਤੁਸੀਂ ਤਿੰਨੋਂ ਸਟੇਟਮੈਂਟ ਨੇ ਜਿਹੜੀਆਂ ਉਹਨਾਂ ਨੂੰ ਧਿਆਨ ਨਾਲ ਪੜ੍ਹ ਲਿਓ। ਤਾਂ ਜਿਨ੍ਹਾਂ ਨੂੰ ਤਾਂ ਆਉਂਦਾ ਉਹ ਤੁਸੀਂ ਹੁਣੇ ਵੀ ਆਨਸਰ ਦੱਸ ਸਕਦੇ ਹੋ। ਬਾਕੀ ਤੁਸੀਂ ਵੀਡੀਓ ਦੇ ਐਂਡ 'ਤੇ ਤੁਹਾਨੂੰ ਜਵਾਬ ਦਿੱਤਾ ਜਾਊਗਾ, ਤਾਂ ਤੁਸੀਂ ਉਦੋਂ ਤੱਕ ਬਣੇ ਰਹਿਣਾ ਵੀਡੀਓ ਦੇ ਨਾਲ। ਤਾਂ ਤੁਹਾਨੂੰ ਉਦੋਂ ਤੱਕ ਤਾਂ ਵੈਸੇ ਵੀ ਤੁਸੀਂ ਆਨਸਰ ਦੇਣ ਦੇ ਜਿਹੜੇ ਯੋਗ ਉਹ ਹੋ ਜਾਓਗੇ। ਤਾਂ ਅਸੀਂ ਕਹਿੰਦੇ ਹਾਂ ਵੀ ਤੁਹਾਡਾ ਕੋਈ ਜਿਹੜਾ ਇਹਦੇ 'ਚ ਕੋਈ ਡਾਊਟ ਆ ਉਹ ਨਹੀਂ ਬਚੂਗਾ, ਬਾਕੀ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ। ਤਾਂ ਦੇਖੋ, ਰਾਮਸਰ ਕਨਵੈਨਸ਼ਨ ਦੀ ਆਪਾਂ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਹੁੰਦਾ ਵੀ ਰਾਮਸਰ ਹੈ ਕੀ ਆ। ਇਹ ਰਾਮਸਰ ਨਾ ਇੱਕ ਇਹ ਸਿਟੀ ਆ ਈਰਾਨ ਦੇ ਵਿੱਚ। ਈਰਾਨ ਦੇ ਵਿੱਚ ਇੱਕ ਜਗ੍ਹਾ ਹੈਗੀ ਰਾਮਸਰ ਨਾਮ ਦੀ, ਔਰ ਇਹ ਕੈਸਪੀਅਨ ਸੀ ਦੇ ਨੇੜੇ ਕਿਨਾਰੇ ਆ, ਕੈਸਪੀਅਨ ਸੀ। ਤਾਂ ਹੁਣ ਕੈਸਪੀਅਨ ਸੀ ਵਰਲਡ ਮੈਪ 'ਤੇ ਤੁਸੀਂ ਸਭ ਨੇ ਕਿਤੇ ਦੇਖੀ ਹੋਣੀ ਆ। ਤਾਂ ਕੈਸਪੀਅਨ ਸੀ ਈਰਾਨ ਦੇ ਵਿੱਚ ਆ, ਤਾਂ ਉਹਦੀ ਇੱਕ ਸਿਟੀ ਆ, ਤਾਂ ਕਰਕੇ ਅਸੀਂ ਇਹਦਾ ਰਾਮਸਰ ਕਨਵੈਨਸ਼ਨ ਕਹਿੰਦੇ ਆ, ਕਿਉਂਕਿ ਇਹ ਈਰਾਨ ਦੇ ਰਾਮਸਰ ਦੇ ਵਿੱਚ ਹੋਈ ਸੀ। ਦੇਖੋ ਵੀ ਆਪਾਂ ਬਾਹਲੀਆਂ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ, ਟੂ ਦਾ ਪੁਆਇੰਟ ਗੱਲ ਕਰਨੀ ਆ ਵੀ ਆਪਣਾ ਜਿਹੜਾ ਵੀ ਘੱਟ ਸਮੇਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਟੈਂਟ ਇੱਕ ਆਪਣਾ ਪ੍ਰੋਪਰ ਤਰੀਕੇ ਨਾਲ ਜਿਹੜਾ ਤਿਆਰ ਹੋ ਸਕੇ। ਇਹ ਇੱਕ ਇੰਟਰਨੈਸ਼ਨਲ ਟ੍ਰੀਟੀ ਹੈ। ਇੰਟਰਨੈਸ਼ਨਲ ਟ੍ਰੀਟੀ ਹੁੰਦੀ ਹੈ ਵੀ ਜਿਹੜੀ ਮਤਲਬ ਇੱਕ ਦੇਸ਼ਾਂ ਤੋਂ ਵੱਧ ਨਿਕਲ ਕੇ ਬਾਕੀ ਦੇਸ਼ ਇਕੱਠੇ ਹੋ ਕੇ ਕਰਦੇ ਆ, ਤਾਂ ਇਹ ਇੰਟਰਨੈਸ਼ਨਲ ਟ੍ਰੀਟੀ ਆ। ਅਤੇ ਇਹ ਕੰਜ਼ਰਵ ਕਰਦੀ ਹੈ। ਕੰਜ਼ਰਵ ਕਰਨਾ ਮਤਲਬ ਕਿਸੇ ਦੀ ਰੱਖਿਆ ਕਰਦੀ ਹੈ ਕਿ ਇਹਨਾਂ ਦੀ ਸਸਟੇਨੇਬਲ ਆਫ ਯੂਜ਼ ਆਫ ਵੈਟਲੈਂਡਸ। ਹੁਣ ਵੈਟਲੈਂਡਸ ਕੀ ਹੁੰਦੇ ਆ, ਜੇ ਆਪਾਂ ਵੈਟਲੈਂਡ ਨੂੰ ਤੋੜ ਦਈਏ, ਵੈਟ ਹੁੰਦਾ ਦਲਦਲਾ ਜਾਂ ਗਿੱਲਾ, ਲੈਂਡ ਹੁੰਦੀ ਹੈ ਧਰਤੀ। ਜਿਹੜੀ ਧਰਤੀ ਗਿੱਲੀ ਜਾਂ ਦਲਦਲੀ ਰਹਿੰਦੀ ਹੋਵੇ ਜਾਂ ਫਿਰ ਉਹ ਪਾਣੀ ਨਾਲ ਢਕੀ ਰਹਿੰਦੀ ਹੋਵੇ ਉਹਨੂੰ ਅਸੀਂ ਕੀ ਕਹਿੰਦੇ ਹਾਂ, ਵੈਟਲੈਂਡਸ ਕਹਿੰਦੇ ਹਾਂ। ਤਾਂ ਹੁਣ ਇਹਨਾਂ ਦੇ ਲਈ, ਇਹਨੂੰ ਬਚਾਉਣ ਦੇ ਲਈ ਜਿਹੜੇ ਵੈਟਲੈਂਡਸ ਹੁੰਦੇ ਆ, ਇਹਨਾਂ ਦੇ ਲਈ ਇੱਕ ਕਨਵੈਨਸ਼ਨ ਜਾਂ ਇੱਕ ਮੀਟਿੰਗ ਕੀਤੀ ਗਈ, ਜਿਹੜੀ ਸਾਰੇ ਦੇਸ਼ਾਂ ਨੇ, ਸਾਰੇ ਤਾਂ ਨਹੀਂ ਮਤਲਬ ਕਿ ਤਕਰੀਬਨ ਆਪਾਂ ਗੱਲ ਕਰਾਂਗੇ ਕਿ 171 ਦੇਸ਼ ਸੀਗੇ, 171 ਦੇਸ਼ਾਂ ਨੇ ਮਿਲ ਕੇ ਜਿਹੜੀ ਇਹ ਮੀਟਿੰਗ ਕੀਤੀ ਗਈ। ਤਾਂ ਉਹਨੂੰ ਅਸੀਂ ਕਹਿੰਦੇ ਹਾਂ ਰਾਮਸਰ ਕਨਵੈਨਸ਼ਨ। ਜਾਂ ਫਿਰ ਇਹ ਕਿਹਨਾਂ ਨੂੰ ਬਚਾਉਣ ਦੇ ਲਈ ਆ, ਵੈਟਲੈਂਡਸ ਨੂੰ ਬਚਾਉਣ ਦੇ ਲਈ ਆ। ਵੈਟਲੈਂਡਸ ਕੀ ਹੁੰਦੇ ਆ, ਜਿਹੜੇ ਦਲਦਲੀ ਜਾਂ ਪਾਣੀ ਨਾਲ ਘਿਰੇ ਹੋਏ ਖੇਤਰ ਹੁੰਦੇ ਆ, ਉਹਨਾਂ ਨੂੰ ਅਸੀਂ ਵੈਟਲੈਂਡਸ ਬੋਲਦੇ ਹਾਂ। ਇੱਥੋਂ ਤੱਕ ਤਾਂ ਕਲੀਅਰ ਆ ਨਾ ਵੀ ਕੀ ਗੱਲਬਾਤ ਕਰਨੀ ਆਪਾਂ। ਤਾਂ ਇਹਨੂੰ ਹੋਰ ਕੀ ਕਹਿੰਦੇ ਆ, ਕਨਵੈਨਸ਼ਨ ਔਨ ਵੈਟਲੈਂਡਸ ਕਹਿੰਦੇ ਆ। ਤਾਂ ਨੇਮਡ ਕਾਹਦੇ ਕਰਕੇ ਦਿੱਤਾ, ਰਾਮਸਰ ਇਨ ਈਰਾਨ। ਇਹ ਮਤਲਬ ਕਿ ਕੀ ਹੈ, ਇੱਕ ਸਿਟੀ ਆ। ਤਾਂ ਇਹਦੀ ਜਿਹੜੀ ਨੈਗੋਸ਼ੀਏਸ਼ਨ 1960 ਤੋਂ ਚੱਲਦੀ ਸੀਗੀ ਬਾਕੀ ਕੰਟਰੀਆਂ ਦੇ ਦੁਆਰਾ। ਕੋਈ ਇਹ ਇਕੱਲਾ ਸਰਕਾਰਾਂ ਦਾ ਨਹੀਂ, ਵਿੱਚ ਬਹੁਤ NGO ਵੀ ਇਹਦੇ 'ਚ ਸ਼ਾਮਲ ਹੁੰਦੀਆਂ ਨੇ। ਤਾਂ ਇਹਨਾਂ ਨੇ ਕਿਹਾ ਵੀ ਵੈਟਲੈਂਡ ਦੀ ਜਿਹੜੀ ਪ੍ਰੋਟੈਕਸ਼ਨ ਉਹ ਸਾਨੂੰ ਕਰਨੀ ਚਾਹੀਦੀ ਹੈ, ਅਤੇ ਜਿਹੜੇ ਉਹਦੇ ਰਿਸੋਰਸ ਨੇ ਉਹਨਾਂ ਦੀ ਵੀ ਸਾਨੂੰ ਜਿਹੜੀ ਉਹ ਆਪਾਂ ਨੂੰ ਦੇਖ ਰੇਖ ਆ ਉਹ ਚੰਗੀ ਇੱਕ ਪ੍ਰੋਪਰ ਕਰਨੀ ਚਾਹੀਦੀ ਆ। ਅਤੇ ਇਹ ਜਿਹੜੀ ਕਨਵੈਨਸ਼ਨ ਹੈ ਸਾਈਨ ਕੀਤੀ ਗਈ ਸੀ 2 ਫਰਵਰੀ 1971 ਆ। ਇਹਦੀ ਡੇਟ ਹੈ, ਇਹਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ। ਇਹ ਆਪਣੀ 2 ਫਰਵਰੀ 1971 ਨੂੰ ਇਹ ਸਾਈਨ ਕੀਤੀ ਗਈ ਆ। ਔਰ ਇਹਦੇ 'ਚ ਨਾ ਥੋੜ੍ਹਾ ਜਿਹਾ ਇੱਥੇ ਕਨਫਿਊਜ਼ਨ ਵਾਲੀ ਗੱਲਬਾਤ ਕਹਿ ਸਕਦੇ ਹੋ ਤੁਸੀਂ, ਕਿਉਂਕਿ ਦੇਖੋ ਜਿਨ੍ਹਾਂ ਨੂੰ ਇਹ ਯਾਦ ਹੁੰਦਾ ਵੀ 1971 'ਚ ਕਨਵੈਨਸ਼ਨ ਹੋਈ ਆ, ਪਰ ਇਹ ਜਿਹੜੀ ਫੋਰਸ ਦੇ ਵਿੱਚ ਆਈ ਆ ਜਾਂ ਲਾਗੂ ਹੋਈ ਸੀ 1975 ਤੋਂ ਹੋਈ ਆ। ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ ਵੀ ਇਹ 2 ਫਰਵਰੀ ਨੂੰ ਤਾਂ ਆਪਾਂ ਸਾਈਨ ਕਰੀ ਆ। ਜੇ 2 ਫਰਵਰੀ ਨੂੰ ਸਾਈਨ ਕੀਤੀ ਆ ਤਾਂ ਉਦੋਂ ਵਰਲਡ ਵੈਟਲੈਂਡ ਡੇ ਆ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾਂਦਾ, ਓਬਜ਼ਰਵ ਕਰਦੇ ਹਾਂ ਅਸੀਂ 2 ਫਰਵਰੀ ਨੂੰ। ਤਾਂ 1975 ਤੋਂ ਇਹ ਆਈ ਸੀ।
ਤਾਂ ਜਦੋਂ ਇਹ ਨੰਬਰ ਆਫ ਪਾਰਟੀਜ਼ ਜਿਨ੍ਹਾਂ ਨੇ ਕਨਵੈਨਸ਼ਨ ਦੇ ਵਿੱਚ COP ਮਤਲਬ ਕਹਿੰਦੇ ਕਾਨਫਰੰਸ ਆਫ ਪਾਰਟੀਜ਼ ਜੀ ਇਹਦੀ ਫੁੱਲ ਫਾਰਮ ਬਣਦੀ ਆ ਕਾਨਫਰੰਸ ਆਫ ਪਾਰਟੀਜ਼, ਤਾਂ 171 ਦੇਸ਼ ਸੀਗੇ ਜਿਨ੍ਹਾਂ ਨੇ ਇਹ ਕੀਤਾ ਸੀਗਾ, ਸਾਈਨ ਕੀਤਾ ਸੀ। ਇੱਥੋਂ ਤੱਕ ਜਿਹੜੀ ਆ ਸਲਾਈਡ ਆ ਇਹ ਤੁਹਾਨੂੰ ਕਲੀਅਰ ਹੋਊਗੀ। ਬਾਕੀ ਅਗਰ ਕੋਈ ਤੁਹਾਨੂੰ ਰਹਿੰਦਾ ਪੁਆਇੰਟ ਤੁਸੀਂ ਬਾਅਦ ਦੇ ਵਿੱਚ ਕਮੈਂਟ ਕਰਕੇ ਵੀ ਦੱਸ ਸਕਦੇ ਹੋ। ਤਾਂ ਹੁਣ ਤੁਹਾਨੂੰ ਇੱਥੋਂ ਪਤਾ ਲੱਗ ਗਿਆ ਵੀ ਇਹ ਇੱਕ ਇੰਟਰ ਗਵਰਨਮੈਂਟਲ ਟ੍ਰੀਟੀ ਆ ਤੇ ਵੈਟਲੈਂਡ ਨੂੰ ਤੇ ਉਹਨਾਂ ਦੇ ਰਿਸੋਰਸ ਨੂੰ ਕੰਜ਼ਰਵ ਕਰਨ ਦੇ ਲਈ ਬਣਾਈ ਗਈ ਆ। ਅਡਾਪਟ ਕੀਤੀ ਗਈ 1971 ਨੂੰ ਔਰ ਫੋਰਸ ਦੇ ਵਿੱਚ ਆਉਂਦੀ ਆ 1975 ਨੂੰ। ਰਾਮਸਰ ਸਿਟੀ ਆ ਈਰਾਨ ਦੀ। ਓਕੇ, ਤਾਂ ਜਿਹੜਾ ਅਸੀਂ ਵਰਲਡ ਵੈਟਲੈਂਡ ਡੇ ਬਣਾਉਂਦੇ ਉਹ ਬਣਾਉਂਦੇ ਅਸੀਂ 2 ਫਰਵਰੀ ਨੂੰ ਹਰ ਸਾਲ। ਠੀਕ ਆ, ਤਾਂ ਜਿਹੜੀਆਂ ਇਹਦੇ 'ਚ ਕੰਟਰੈਕਟਿੰਗ ਪਾਰਟੀ ਸੀਗੀਆਂ 171 ਸੀਗੀਆਂ। ਠੀਕ ਆ, 2019 ਦੇ ਵਿੱਚ 171 ਹੋ ਗਈਆਂ। ਤਾਂ ਜਦੋਂ ਇਹਨਾਂ ਨੇ ਕਿਹਾ ਅੱਗੇ ਦੇਖੋ, ਜਦੋਂ ਫਿਰ ਉਹ ਹੁਣ ਪਹਿਲਾਂ ਇਹਦੇ 'ਚ ਬਾਰੇ ਆਪਾਂ ਇੰਡੀਆ ਦੇ ਬਾਰੇ ਪੁਆਇੰਟ ਦੇਖ ਲੈਂਦੇ ਬਾਅਦ ਦੇ ਵਿੱਚ ਗੱਲ ਕਰਦੇ ਉਹਦੀ। ਤਾਂ ਇੰਡੀਆ ਦੇ ਨਾਲ ਰਾਮਸਰ ਆ ਜਿਹੜਾ ਉਹ ਕੀ ਆ, ਤਾਂ ਇਹਨਾਂ ਨੇ ਕਿਹਾ ਵੀ ਹਰ ਦੇਸ਼ ਦੇ ਵਿੱਚ ਵੀ ਆਪਾਂ ਨੂੰ ਇਹ ਚੀਜ਼ਾਂ ਬਚਾਉਣੀਆਂ ਚਾਹੀਦੀਆਂ। ਇੱਕ ਤੁਹਾਨੂੰ ਸਭ ਤੋਂ ਪਹਿਲਾਂ ਦੇਖੋ ਤੁਸੀਂ, ਇੰਡੀਆ ਇਜ਼ ਅ ਪਾਰਟੀ ਟੂ ਰਾਮਸਰ ਕਨਵੈਨਸ਼ਨ, ਤਾਂ ਇਹ ਕਦੋਂ ਸਾਈਨ ਕਰਦਾ 1 ਫਰਵਰੀ 1982 ਨੂੰ। ਤਾਂ ਤੁਹਾਨੂੰ ਪਹਿਲਾਂ ਤਾਂ ਇਹੀ ਪੁੱਛਿਆ ਜਾ ਸਕਦਾ ਵੀ ਜਦੋਂ ਇਹ ਬਣਿਆ ਜਾਂ ਜਦੋਂ ਅਡਾਪਟ ਕੀਤਾ ਕੀ ਇੰਡੀਆ ਇਹਦੇ ਵਿੱਚ ਉਹਦੀ ਸ਼ਾਮਲ ਸੀ? ਨਹੀਂ, ਇੰਡੀਆ ਸ਼ਾਮਲ ਕਦੋਂ ਤੋਂ ਹੁੰਦਾ? 1982 ਤੋਂ ਹੁੰਦਾ। ਪਹਿਲੀ ਸਟੇਟਮੈਂਟ ਤਾਂ ਤੁਹਾਡੀ ਇਹ ਵੀ ਕਦੇ ਵੀ ਬਣ ਸਕਦੀ ਆ, ਤਾਂ ਇਹ ਧਿਆਨ 'ਚ ਰੱਖਣਾ। ਦੂਸਰਾ, ਇੰਡੀਆ ਦੇ ਵਿੱਚ ਸਾਈਡ ਜਿਹੜਾ ਸਭ ਤੋਂ ਲਾਰਜੈਸਟ ਆ, ਤਾਂ ਲਾਰਜੈਸਟ ਕਿਹੜਾ ਗਾ? ਸੁੰਦਰਬਨ। ਤੇ ਵਰਲਡ ਦਾ ਵੀ ਸਭ ਤੋਂ ਲਾਰਜੈਸਟ ਡੈਲਟਾ ਸੁੰਦਰਬਨ ਆ। ਤਾਂ ਇਹਦੇ 'ਚੋਂ ਆਪਾਂ ਰਾਮਸਰ ਸਾਈਟ ਦੀ ਗੱਲ ਕਰ ਰਹੇ ਹਾਂ। ਲਾਰਜੈਸਟ ਰਾਮਸਰ ਸਾਈਟ ਆਫ ਇੰਡੀਆ ਤਾਂ ਕਿਹੜੀ ਆ? ਸੁੰਦਰਬਨ ਆ। ਤੇ ਜਿਹੜੀ ਇੱਕ ਆਪਣੇ ਚਿਲਕਾ ਲੇਕ ਆ, ਜਿਹੜੀ ਚਿਲਕਾ ਲੇਕ ਆ ਇਹ ਕਿੱਥੇ ਆ? ਉੜੀਸਾ ਦੇ ਵਿੱਚ ਆ। ਤੇ ਖਾਰੇ ਪਾਣੀ ਦੀ ਆਪਣੇ ਭਾਰਤ ਦੀ ਸਭ ਤੋਂ ਵੱਡੀ ਲੇਕ ਆ ਔਰ ਵਿਸ਼ਵ ਦੇ ਵਿੱਚੋਂ ਦੂਸਰੀ ਆ। ਠੀਕ ਆ, ਔਰ ਪਹਿਲਾਂ ਤੁਸੀਂ ਇਹਨੂੰ ਛੱਡੋ, ਅਗਲਾ ਆਹ ਪੁਆਇੰਟ ਦੇਖੋ। ਜਦੋਂ ਆਪਾਂ ਦੇਖਿਆ ਵੀ ਲਾਰਜੈਸਟ ਆ, ਤਾਂ ਜਿਹੜਾ ਸਭ ਤੋਂ ਛੋਟਾ ਗਾ ਉਹ ਰੇਨੂਕਾ ਵੈਟਲੈਂਡ ਆ। ਇਹ ਕਿੱਥੇ ਆ? ਹਿਮਾਚਲ ਪ੍ਰਦੇਸ਼ ਦੇ ਵਿੱਚ। ਧਿਆਨ ਰੱਖਣਾ ਹਿਮਾਚਲ ਪ੍ਰਦੇਸ਼ ਦੇ ਵਿੱਚ ਆ। ਔਰ ਇਹ ਸਮਾਲੈਸਟ ਵੈਟਲੈਂਡ ਆਫ ਇੰਡੀਆ। ਆਹ ਜਮਾ ਆਪਣਾ ਸਮਾਲੈਸਟ ਆ ਰੇਨੂਕਾ, ਔਰ ਆਪਣਾ ਸੁੰਦਰਬਨ ਆ ਇਹ ਲਾਰਜੈਸਟ ਆ। ਓਕੇ, ਤਾਂ ਹੁਣ ਜਿਹੜੇ ਆਪਾਂ ਇਹ 2 ਪੁਆਇੰਟ ਆਪਾਂ ਕੀਤੇ ਆ, ਚਿਲਕਾ ਲੇਕ ਉੜੀਸਾ ਤੇ ਆਪਣਾ ਕਿਓਲਾਰੀਓ ਨੈਸ਼ਨਲ ਪਾਰਕ ਰਾਜਸਥਾਨ, ਤੇ ਇਹਨਾਂ ਨੂੰ ਆਪਾਂ ਕਹਿੰਦੇ ਆ ਵੀ ਇਹ ਮਤਲਬ ਪਹਿਲੇ ਰਾਮਸਰ ਸਾਈਟਸ ਵੀ ਆਪਣੇ ਸੀਗੇ 1981 ਦੇ ਵਿੱਚ। 1981 ਦੇ ਉਹਦੇ 'ਚ ਆਪਣਾ 81-82 ਦੇ ਵਿੱਚ ਇਹ ਆਪਣੇ ਜਿਹੜੇ ਸਟਾਰਟ ਕੀਤੇ ਗਏ ਸੀਗੇ। ਤਾਂ ਇਹ ਆਪਣੇ ਜਿਹੜੇ ਸ਼ੁਰੂ ਤੇ ਸੀਗੇ ਉਹ ਵਾਲੇ ਸੀਗੇ। ਤਾਂ ਹੁਣ ਤੁਹਾਨੂੰ ਵੱਡਾ ਸਭ ਤੋਂ ਤੇ ਛੋਟਾ ਨੇ ਜਿਹੜੇ ਉਹ ਕਲੀਅਰ ਹੋ ਗਏ। ਸਭ ਤੋਂ ਲਾਰਜੈਸਟ ਕਿਹੜਾ ਗਾ? ਸੁੰਦਰਬਨ ਆ, ਔਰ ਇਹ ਵਰਲਡ ਦਾ ਵੀ ਲਾਰਜੈਸਟ ਡੈਲਟਾ ਵੀ ਆ। ਤਾਂ ਸੁੰਦਰਬਨ ਇੱਕ ਡੈਲਟਾ ਗਾ। ਤਾਂ ਡੈਲਟਾ ਕੀ ਹੁੰਦਾ ਵੀ ਜਿਹੜੀ ਨਦੀ ਕੋਈ ਜਾਂਦੀ ਆ ਆਪਦੇ ਨਾਲ ਉਹ ਸੈਡੀਮੈਂਟ ਵਗੈਰਾ ਜਿਹੜੇ ਵੀ ਲੈ ਕੇ ਜਾਂਦੀ ਆ, ਜਦੋਂ ਕਿਨਾਰੇ ਤੇ ਜਾ ਕੇ ਪਾਣੀ ਤਾਂ ਸਾਰਾ ਆਪਦਾ ਓਸ਼ੀਅਨ 'ਚ ਸੁੱਟ ਦਿੰਦੀ ਹੈ, ਪਰ ਜਿਹੜੇ ਉਹਦੇ 'ਚੋਂ ਮਿੱਟੀ ਦੇ ਧੂੜ ਕਣ ਹੁੰਦੇ ਆ ਜਾਂ ਕੁਛ ਵੀ ਹੁੰਦਾ ਉਹਦੇ 'ਚ, ਤਾਂ ਉਹ ਸਾਰਾ ਇੱਕ ਸਾਈਡ 'ਤੇ ਇਕੱਠਾ ਕਰ ਦਿੰਦੀ ਆ। ਤਾਂ ਉੱਥੇ ਇੱਕ ਲੈਂਡ ਬਣ ਜਾਂਦੀ ਆ, ਤਾਂ ਉਹਨੂੰ ਅਸੀਂ ਕਹਿੰਦੇ ਡੈਲਟਾ। ਤਾਂ ਡੈਲਟਾ ਹਮੇਸ਼ਾ ਨਦੀ ਦੇ ਮੂੰਹ ਦੇ ਉੱਤੇ ਬਣਦਾ, ਤਾਂ ਮਾਊਥ ਆਫ ਰਿਵਰ ਬਣਦਾ। ਤਾਂ ਮਾਊਥ ਕਿੱਧਰ ਹੁੰਦਾ? ਜਿੱਥੋਂ ਨਦੀ ਨਿਕਲਦੀ ਆ ਉਹਦਾ ਮਾਊਥ ਨਹੀਂ ਹੁੰਦਾ, ਜਿੱਥੇ ਜਾ ਕੇ ਨਦੀ ਐਂਡ ਕਰਦੀ ਆ। ਜਿਹੜੇ ਕਿਸੇ ਓਸ਼ੀਅਨ ਦੇ ਵਿੱਚ ਐਂਡ ਕਰਦੀ ਆ ਤਾਂ ਉਹਦਾ ਮਾਊਥ ਹੁੰਦਾ ਨਦੀ ਦਾ। ਓਕੇ, ਜਿਵੇਂ ਕਿ ਮੰਨ ਲਓ ਆ ਕੋਈ ਇੱਥੋਂ ਹਿਮਾਲਿਆ 'ਚ ਕੋਈ ਨਦੀ ਨਿਕਲੀ, ਤਾਂ ਇਹ ਬੇ ਆਫ ਬੰਗਾਲ ਦੇ ਵਿੱਚ ਜਾ ਕੇ ਖਤਮ ਹੋ ਰਹੀ ਆ, ਤਾਂ ਮਤਲਬ ਨਦੀ ਆਉਂਦੀ ਆ। ਤਾਂ ਇੱਥੇ ਜਦੋਂ ਆ ਗਿਆ ਤਾਂ ਆ ਇਹਦਾ ਮਾਊਥ ਆ। ਓਕੇ, ਤਾਂ ਨਦੀ ਦਾ ਮਾਊਥ ਕਿੱਥੇ ਹੁੰਦਾ? ਜਿੱਥੇ ਜਾ ਕੇ ਨਦੀ ਐਂਡ ਕਰਦੀ ਆ। ਤਾਂ ਸੁੰਦਰਬਨ ਡੈਲਟਾ ਕਿਹੜੀਆਂ 2 ਨਦੀਆਂ ਤੋਂ ਮਤਲਬ 3 ਨਦੀਆਂ ਬਣਾਉਂਦੀਆਂ ਨੇ, ਤਾਂ ਤੁਸੀਂ ਉਹ ਦੱਸਣਾ ਵੀ ਕਿਹੜੀਆਂ ਰਿਵਰ ਨੇ ਜਿਹੜੀਆਂ ਸੁੰਦਰਬਨ ਡੈਲਟਾ ਨੂੰ ਬਣਾਉਂਦੀਆਂ ਨੇ। ਤਾਂ ਰੇਨੂਕਾ ਜਿਹੜੀ ਆਪਣੇ ਸਭ ਤੋਂ ਛੋਟਾ ਗਾ ਔਰ ਸੁੰਦਰਬਨ ਲਾਰਜੈਸਟ ਆ। ਤਾਂ ਜਦੋਂ ਇਹ ਬਣਾਇਆ ਗਿਆ ਤਾਂ ਉਦੋਂ ਦੁਨੀਆ ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਜਿਹੜਾ ਸਾਈਟ ਆਇਡੈਂਟੀਫਾਈ ਕੀਤੀ ਗਈ ਸੀ 1974 ਦੇ ਵਿੱਚ, ਤਾਂ ਉਹ ਸੀਗੀ ਆਸਟ੍ਰੇਲੀਆ ਦੀ। ਠੀਕ ਆ, ਕੁਬਰਗ ਪੈਨਿਨਸੂਲਾ ਇਨ ਆਸਟ੍ਰੇਲੀਆ। ਆਸਟ੍ਰੇਲੀਆ ਦੀ ਜਿਹੜੀ ਸਭ ਤੋਂ ਪਹਿਲੀ ਸਾਈਟ ਸੀਗੀ ਉਹ ਇਹਦੇ 'ਚ ਕੀਤੀ ਗਈ ਸੀ, ਲੱਭੀ ਗਈ। ਤਾਂ ਇੰਡੀਆ ਦੇ ਵਿੱਚ ਜਿਹੜਾ ਏਰੀਆ ਗਾ ਆਪਣਾ 4.5% ਏਰੀਆ ਕਵਰ ਕਰਦੇ ਆਪਣੇ ਵੈਟਲੈਂਡ। ਤਾਂ ਵੈਟਲੈਂਡ ਰੈਗੂਲੇਟਡ ਅੰਡਰ ਇਹਦੇ ਰੂਲਸ ਨੇ ਜਿਹੜੇ ਉਹ 2017 ਦੇ ਰੂਲਸ ਨੇ, ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਰੂਲਸ ਵੈਟਲੈਂਡ 2017। ਓਕੇ, ਤਾਂ ਥੋੜੀ ਜਿਹੀ ਆਪਾਂ ਸਪੀਡ ਦੇ ਨਾਲ ਸਮਝਾ ਰਹੇ ਹਾਂ ਵੀ ਮਤਲਬ ਤੁਹਾਡਾ ਟਾਈਮ ਥੋੜਾ ਗਾ, ਵੀ ਤੁਸੀਂ ਆਪਾਂ ਇਹ ਵੀ ਦੇਖ ਰਹੇ ਹਾਂ ਨਾ ਵੀ ਤੁਹਾਡਾ ਬੇਸ ਵੀ ਬਣ ਜੇ, ਮਤਲਬ ਕਿ ਆਪਾਂ ਤੁਹਾਨੂੰ ਜਿਹੜੇ ਜਮਾ ਬੇਸਿਕ ਫੈਕਟ ਨੇ ਉਹ ਵੀ ਤੁਹਾਨੂੰ ਦੱਸ ਰਹੇ ਹਾਂ ਵੀ ਕਿਸੇ ਦਾ ਕੋਈ ਸਕੈਪ ਹੀ ਨਾ ਹੋ ਜੇ। ਤਾਂ ਥੋੜੀ ਜਿਹੀ ਆਪਾਂ ਸਪੀਡ ਦੇ ਨਾਲ ਚੱਲ ਰਹੇ ਹਾਂ ਤਾਂ ਜੋ ਆਪਣਾ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਕੰਟੈਂਟ ਆ ਉਹ ਜਲਦੀ ਇੱਕ ਪ੍ਰੋਪਰ ਤਰੀਕੇ ਨਾਲ ਪ੍ਰਿਪੇਅਰ ਹੋ ਸਕੇ। ਤਾਂ ਜਿਨ੍ਹਾਂ ਨੂੰ ਨਹੀਂ ਸਮਝ ਲੱਗਦੀ ਥੋੜੀ ਜਿਹੀ ਸਪੀਡ ਲੋ ਕਰ ਲਿਓ ਜਾਂ ਫਿਰ ਵੀਡੀਓ ਨੂੰ ਦੁਬਾਰਾ ਦੇਖ ਲਿਓ। ਤਾਂ ਐ ਵੀ ਨਹੀਂ ਵੀ ਆਪਾਂ ਮਤਲਬ ਕਿ ਜਮਾ ਤੁਹਾਨੂੰ ਹੁਣ ਮੈਂ ਬਰੀਕੀ ਦੇ ਨਾਲ ਤੁਹਾਨੂੰ ਸਮਝਾਉਣ ਲੱਗ ਜਾ, ਹੈ ਨਾ, ਤਾਂ ਉਵੇਂ ਤਾਂ ਫਿਰ ਆਪਣਾ ਕੁਝ ਪੂਰਾ ਵੀ ਨਹੀਂ ਹੋਣਾ। ਤਾਂ ਆਪਣਾ ਦਸੰਬਰ 2021 ਦੇ ਵਿੱਚ ਤਾਂ ਆਪਣੇ ਹੁਣ ਕਿੰਨੀਆਂ ਨੇ, ਤਾਂ ਤੁਸੀਂ ਜੇ ਗੂਗਲ ਕਰਦੇ ਹੋ ਨਾ ਵੈਸੇ ਤਾਂ ਤੁਹਾਨੂੰ ਜ਼ਿਆਦਾਤਰ ਉੱਥੇ 42 ਸਾਈਟਸ ਜਾਂ 44 ਮਿਲਦੀਆਂ ਨੇ, ਪਰ ਆਪਣੇ ਕਰੰਟਲੀ ਦਸੰਬਰ 2021 ਤੱਕ ਜਾਂ ਹੁਣ ਜਾਂ ਆਪਾਂ ਜਦੋਂ ਰਿਕਾਰਡ ਕਰ ਰਹੇ ਹਾਂ ਤਾਂ ਹੁਣ ਤੱਕ ਆਪਣੇ 47 ਰਾਮਸਰ ਸਾਈਟਸ ਇਨ ਇੰਡੀਆ ਨੇ। ਤਾਂ ਇਹ ਵੀ ਫੈਕਟ ਸਿੱਧੇ ਤੌਰ ਤੇ ਬਣ ਸਕਦਾ ਵੀ ਇੰਡੀਆ ਦੇ ਵਿੱਚ ਹੁਣ ਕਿੰਨੀਆਂ ਨੇ ਜਾਂ ਫਿਰ ਜਿਹੜੀਆਂ ਲੇਟੈਸਟ ਇੰਡੀਆ ਦੇ ਵਿੱਚ ਉਹ ਕਿਹੜੀਆਂ ਨੇ। ਤਾਂ ਹੁਣ ਵੈਟਲੈਂਡ ਕੀ ਹੁੰਦਾ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ, ਬਾਕੀ ਆ ਤੁਹਾਡੇ ਸਲਾਈਡ ਦੇ ਵਿੱਚ ਲਿਖਿਆ ਹੋਇਆ ਵੀ ਮਤਲਬ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇਹਦੇ 'ਚ ਆਉਂਦੀਆਂ ਨੇ। ਓਕੇ, ਤਾਂ ਅੱਗੇ ਦੇਖੋ ਸਿਗਨੀਫੀਕੈਂਸ ਇਹਨਾਂ ਦੇ ਕੀ ਹੁੰਦੇ ਆ। ਇਹਨਾਂ ਦੇ ਬਹੁਤ ਜ਼ਿਆਦਾ ਸਿਗਨੀਫੀਕੈਂਸ ਹੁੰਦੇ ਆ, ਤੇ ਇਹ ਆਪਣਾ
ਪਾਰਟ ਹੁੰਦੇ ਆ ਨੈਚੁਰਲ ਇਨਵਾਇਰਨਮੈਂਟ ਦਾ। ਤਾਂ ਇੱਕ ਮਤਲਬ ਕਿ ਫਲੱਡ ਆਉਣ ਦੇ ਵਿੱਚ ਸਾਨੂੰ ਜਦੋਂ ਇਹ ਫਲੱਡ ਆ ਜਾਂਦੇ ਆ ਤਾਂ ਉਦੋਂ ਸਾਨੂੰ ਉਹਨਾਂ ਨੂੰ ਘੱਟ ਕਰਨ ਦੇ ਲਈ, ਮਿਟੀਗੇਟ ਕਰਨ ਦੇ ਲਈ ਸਾਡੀ ਹੈਲਪ ਕਰਦੇ ਆ, ਤਾਂ ਪ੍ਰੋਟੈਕਟ ਕਰਦੇ ਸਾਡੀ ਕੋਸਟ ਲਾਈਨ ਨੂੰ, ਤਾਂ ਕਮਿਊਨਿਟੀ ਬਿਲਡ ਕਰਦੇ ਆ, ਡਿਜ਼ਾਸਟਰ ਨੂੰ ਘੱਟ ਕਰਦੇ ਆ, ਰਿਡਿਊਸ ਇੰਪੈਕਟਸ ਆਫ ਫਲੱਡ ਘੱਟ ਕਰਦੇ ਆ, ਹੈ ਨਾ। ਮਤਲਬ ਬਾਕੀ ਆਪਣਾ ਜਿਹੜਾ ਪੋਲੂਟੈਂਟਸ ਹੁੰਦੇ ਆ ਉਹਨਾਂ ਨੂੰ ਐਬਜ਼ੌਰਬ ਕਰ ਲੈਂਦੇ ਆ, ਵਾਟਰ ਕੁਆਲਿਟੀ ਇੰਪਰੂਵ ਕਰਦੇ ਆ। ਇੱਥੋਂ ਤੱਕ ਕਲੀਅਰ ਆ ਤੁਹਾਨੂੰ? ਤਾਂ ਇਹ ਇਹਨਾਂ ਦੇ ਇੱਕ ਤਾਂ ਇਹ ਸਿਗਨੀਫਿਕੈਂਸ ਹੁੰਦੇ ਆ। ਤੇ ਬਾਕੀ ਮੋਰ ਦੈਨ 1 ਬਿਲੀਅਨ ਪੀਪਲ ਡਿਪੈਂਡ ਔਨ ਦੈਮ ਲਿਵਿੰਗ ਦੇ ਲਈ 1 ਬਿਲੀਅਨ ਤੋਂ ਜ਼ਿਆਦਾ ਲੋਕ ਨੇ ਜਿਹੜੇ ਡਿਪੈਂਡ ਨੇ ਉਹਨਾਂ ਦੇ ਉੱਤੇ। ਤਾਂ ਜਿਹੜੀਆਂ 40% ਵਰਲਡ ਪ੍ਰਜਾਤੀਆਂ ਨੇ ਉਹ ਮਤਲਬ ਕਿ ਇਹਨਾਂ ਦੀ ਜਿਹੜੀ ਨਸਲ ਆ ਉਹ ਵੈਟਲੈਂਡਸ ਦੇ ਵਿੱਚ ਹੀ ਰਹਿੰਦੀ ਆ, ਕਿਉਂਕਿ ਆਪਾਂ ਨੂੰ ਵੈਸੇ ਵੀ ਪਤਾ ਵੀ ਜੇ ਧਰਤੀ ਦੀ ਆਪਾਂ ਪੂਰੀ ਗੱਲ ਕਰੀਏ ਤਾਂ 2/3 ਹਿੱਸੇ ਦਾ ਪਾਣੀ ਆ, ਇੱਕ ਹਿੱਸਾ ਹੀ ਧਰਤੀ ਆ, ਤਾਂ ਜ਼ਿਆਦਾਤਰ ਫਿਰ ਜਾਤੀਆਂ ਪ੍ਰਜਾਤੀਆਂ ਤਾਂ ਉਹਨਾਂ ਦੇ ਵਿੱਚ ਹੀ ਹੋਣਗੀਆਂ। ਤਾਂ ਬਾਕੀ ਇਹ ਸੋਰਸ ਹੁੰਦਾ, ਇਹ ਤੋਂ ਸਾਨੂੰ ਭੋਜਨ ਮਿਲਦਾ, ਕੱਚਾ ਮਾਲ ਮਿਲਦਾ, ਤਾਂ ਹੋਰ ਵੀ ਸਾਨੂੰ ਦਵਾਈਆਂ ਵਗੈਰਾ ਮਿਲਦੀਆਂ ਨੇ, ਜਾਂ ਬਿਜਲੀ ਵਾਲੀ ਚੀਜ਼ਾਂ ਬਣਾਉਣ ਦੇ ਲਈ ਪਾਣੀ ਵਗੈਰਾ ਸਾਨੂੰ ਇਹਦੇ ਤੋਂ ਮਿਲ ਸਕਦਾ, ਤਾਂ ਕਰਕੇ ਇਹ ਸਾਡੇ ਜ਼ਿਆਦਾ ਕੰਮ ਆਉਂਦੇ ਆ। ਬਾਕੀ 30% ਆਫ ਲੈਂਡ ਬੇਸਡ ਕਾਰਬਨ ਇਨਸਟੋਰਡ ਇਨ ਦਾ ਪੀਟਲੈਂਡ। ਤਾਂ ਇਹ 'ਚ ਟਰਾਂਸਪੋਰਟ, ਟੂਰਿਜ਼ਮ ਦੇ ਲਈ, ਕਲਚਰ ਦੇ ਲਈ ਇਹਦਾ ਇੱਕ ਵੱਖਰਾ ਜਿਹਾ ਰੋਲ ਰਹਿੰਦਾ। ਤਾਂ ਹੁਣ ਰਾਮਸਰ ਸਾਈਟਸ ਨੇ ਜਿਹੜੀਆਂ, ਤਾਂ ਇਹਦੇ 'ਚ ਕੀ ਹੁੰਦਾ, ਐਨੀ ਵੈਟਲੈਂਡ ਸਾਈਟ ਵਿਚ ਹੈਜ਼ ਬੀਨ ਲਿਸਟਡ ਅੰਡਰ ਰਾਮਸਰ ਕਨਵੈਨਸ਼ਨ। ਮਤਲਬ ਕਿ ਜਿਹੜੀ ਕੋਈ ਸਾਈਟ ਆ ਉਹ ਇਹਦੇ 'ਚ ਕਨਵੈਨਸ਼ਨ ਦੇ ਵਿੱਚ ਰਾਮਸਰ ਸਾਈਟ ਦੇ ਅਧੀਨ ਆਪਾਂ ਪਾਤੀ ਡਿਕਲੇਅਰ ਹੋ ਗਈ, ਤਾਂ ਇਹ ਫਿਰ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਉਹਨੂੰ ਕੰਜ਼ਰਵ ਕੀਤਾ ਜਾਵੇ, ਉਹਨੂੰ ਬਚਾਇਆ ਜਾਵੇ। ਤਾਂ ਹੁਣ ਜਿਹੜੀ ਕਿਸੇ ਕੰਟਰੀ ਦੇ ਵਿੱਚ, ਤਾਂ ਜਿਹੜੇ ਸਭ ਤੋਂ ਜ਼ਿਆਦਾ ਕੰਟਰੀ ਆ ਉਹ ਯੂਕੇ ਦੇ ਵਿੱਚ ਨੇ। ਤਾਂ ਜੇ ਆਪਾਂ ਦੇਖੀਏ ਵੀ ਗਿਣਤੀ ਦੇ ਵਿੱਚ ਸਭ ਤੋਂ ਜ਼ਿਆਦਾ ਯੂਕੇ ਯੂਨਾਈਟਿਡ ਕਿੰਗਡਮ ਦੇ ਵਿੱਚ ਨੇ, ਔਰ ਜੇ ਆਪਾਂ ਸਾਈਜ਼ ਦੇ ਅਕੋਰਡਿੰਗਲੀ ਦੇਖੀਏ ਤਾਂ ਬੋਲੀਵੀਆ ਦੇ ਵਿੱਚ ਸਭ ਤੋਂ ਜ਼ਿਆਦਾ ਨੇ, ਉਹ ਏਰੀਆ ਦੇ ਵਾਈਜ਼ ਨੇ। ਓਕੇ, ਏਰੀਆ ਵਾਈਜ਼ ਸਭ ਤੋਂ ਦੁਨੀਆ ਦੇ ਵਿੱਚ ਬੋਲੀਵੀਆ 'ਚ ਨੇ, ਔਰ ਨੰਬਰਾਂ ਗਿਣਤੀ ਦੇ ਅਕੋਰਡਿੰਗਲੀ ਉਹ ਯੂਕੇ ਦੇ ਵਿੱਚ ਆ। ਹੁਣ ਇੱਥੇ ਇਹ ਖੁਸ਼ ਨਹੀਂ ਹੋਣ ਵਾਲੀ ਗੱਲ ਨਹੀਂ ਹੁੰਦੀ ਵੀ ਕਿਹੜੀ ਕੰਟਰੀ ਦੇ ਵਿੱਚ ਜਿੰਨੇ ਜ਼ਿਆਦਾ ਨੇ, ਜਿਹੜੀ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਨੇ, ਵੀ ਇਹ ਖੁਸ਼ੀ ਦੀ ਗੱਲ ਆ ਸਾਡੇ ਰਾਮਸਰ ਸਾਈਟ ਬਣਦੀਆਂ ਨੇ। ਤਾਂ ਇਹ ਇੱਕ ਮਤਲਬ ਕਿ ਬੁਰਾ ਹਾਲ ਨੂੰ ਦਿਖਾਉਂਦਾ ਵੀ ਤੁਹਾਡੇ ਜਿਹੜਾ ਇਹ ਬੁਰਾ ਹਾਲ ਆ ਵੀ ਕਿਸੇ ਰਿਵਰ ਦਾ ਜਾਂ ਕਿਸੇ ਵੈਟਲੈਂਡ ਦਾ, ਤਾਂ ਉਹਨੂੰ ਸੰਭਾਲਣ ਦੀ ਲੋੜ ਪੈ ਰਹੀ ਆ, ਉਹਦਾ ਮਤਲਬ ਕਿ ਦੁਰਉਪਯੋਗ ਜ਼ਿਆਦਾ ਹੋ ਰਿਹਾ, ਤਾਂ ਕਰਕੇ ਉਹਨਾਂ ਨੂੰ ਕੰਜ਼ਰਵ ਕਰਨ ਦੀ ਲੋੜ ਆਉਂਦੀ ਆ। ਤਾਂ ਜਿੰਨੇ ਘੱਟ ਨੇ ਤਾਂ ਠੀਕ ਆ। ਓਕੇ, ਤਾਂ ਕਿਉਂਕਿ ਦੇਖੋ ਜੇ ਤੁਸੀਂ ਆਪਾਂ ਕਿਸੇ ਚੀਜ਼ ਨੂੰ ਖਰਾਬ ਕਰਦੇ ਹਾਂ ਜ਼ਿਆਦਾ, ਤਾਂ ਉਹਦੇ ਵੱਲ ਫੇਰ ਹੀ ਉਹਨੂੰ ਬਚਾਉਣ ਦੇ ਲਈ ਆਪਾਂ ਕੁਛ ਰੂਲ ਰੈਗੂਲੇਸ਼ਨ ਕਰਦੇ ਹਾਂ, ਤਾਂ ਉਹ ਇਹ ਚੀਜ਼ ਆ। ਤਾਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀ ਫਿਰ ਉਹਨੂੰ ਪ੍ਰਮੋਟ ਕੀਤਾ ਜਾਂਦਾ ਵੀ ਉੱਥੇ ਉਹਦਾ ਕਿਵੇਂ ਆਪਾਂ ਸਹੀ ਤਰੀਕੇ ਨਾਲ ਉਹਦਾ ਉਪਯੋਗ ਆ ਜਿਹੜਾ ਕਿਵੇਂ ਕਰ ਸਕਦੇ, ਉਹਨੂੰ ਬਚਾਇਆ ਕਿਵੇਂ ਜਾ ਸਕਦਾ। ਤਾਂ ਜਿਹੜੀ ਸਾਈਟ ਇਹਦੇ ਅੰਡਰ ਆ ਜਾਂਦੀ ਹੈ ਤਾਂ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਵੀ ਉਹ ਰਾਮਸਰ ਸਾਈਟ ਨੂੰ ਫਿਰ ਕੰਜ਼ਰਵ ਕਰਦੀ ਆ। ਤੇ ਜਦੋਂ ਇਹਦੀ ਜੁਆਇਨਿੰਗ ਹੋਈ ਸੀ ਨਾ, ਜਦੋਂ ਸਾਰੀਆਂ ਕੰਟਰੀਜ਼ ਸੀਗੀਆਂ, ਤਾਂ ਉਹਨਾਂ ਨੇ ਕਿਹਾ ਵੀ ਆਪਾਂ ਘੱਟੋ ਘੱਟ ਇੰਟਰਨੈਸ਼ਨਲ ਇੰਪੋਰਟੈਂਸ ਦੇ ਵਿੱਚ ਵਨ ਵੈਟਲੈਂਡ ਆ ਜਿਹੜਾ ਉਹਨੂੰ ਆਪਾਂ ਪਾਵਾਂਗੇ। ਤਾਂ ਰਾਮਸਰ ਸਾਈਟ ਆਰ ਮੇਨਟੇਨਡ ਇਨ, ਇੱਕ ਇਹਦੇ 'ਚ ਆਉਂਦਾ ਮੌਂਟ੍ਰੀਐਕਸ ਰਿਕਾਰਡ, ਠੀਕ ਆ, ਮੌਂਟ੍ਰੀਐਕਸ ਰਿਕਾਰਡ ਆਉਂਦਾ ਇਹਦੇ 'ਚ। ਤਾਂ ਜਿਹੜਾ ਇਹ ਵਾਲਾ ਰਿਕਾਰਡ ਆ ਨਾ, ਇਹ ਤੁਸੀਂ ਕਹਿ ਲਓ ਵੀ ਇਹਨਾਂ ਦਾ ਰਜਿਸਟਰ ਆ, ਜਿਹੜਾ ਇਹ ਰਾਮਸਰ ਸਾਈਟਸ ਆ ਨਾ, ਇਹਦੇ ਵਿੱਚ ਇਹ ਕੀ ਹੈ, ਇੱਕ ਰਜਿਸਟਰ ਆ। ਤਾਂ ਜਿਹੜਾ ਇਹ ਇਹਨਾਂ ਦਾ ਰਜਿਸਟਰ ਆ, ਇਹਦੇ ਵਿੱਚ ਪੂਰੀ ਇਹਨਾਂ ਦੀਆਂ ਲਿਸਟਾਂ ਵਗੈਰਾ ਹੁੰਦੀਆਂ ਨੇ ਜਿਹੜੀਆਂ ਉਹ ਇਹਦੇ 'ਚ ਸਾਰੀਆਂ ਪਾਈਆਂ ਜਾਂਦੀਆਂ ਨੇ। ਤੇ ਰਜਿਸਟਰ ਆਫ ਵੈਟਲੈਂਡ ਸਾਈਟਸ ਆ, ਤੇ ਇੱਕ ਪ੍ਰਿੰਸੀਪਲ ਟੂਲ ਹੈ ਇਹਨਾਂ ਦਾ ਤੇ ਕਿਵੇਂ ਮੇਨਟੇਨ ਕਰਨਾ ਆਪਾਂ ਸਾਰੀਆਂ ਰਾਮਸਰ ਸਾਈਟ ਨੂੰ। ਬਾਕੀ ਹੁਣ ਜੇ ਆਪਾਂ ਗੱਲ ਕਰੀਏ, ਇੰਡੀਆ ਆਪਣਾ 1981 ਤੋਂ ਕੰਟਰੈਕਟਿੰਗ ਆਪਣਾ ਇਹਦੇ 'ਚ ਬਣਿਆ ਸੀਗਾ, ਠੀਕ ਆ। ਤਾਂ ਹੁਣ ਇੱਥੋਂ ਤੱਕ ਤਾਂ ਤੁਹਾਨੂੰ ਕਲੀਅਰ ਆ। ਬਾਕੀ ਜਿਹੜਾ ਇਹ ਇੱਕ ਆਪਾਂ ਇਹਦੇ 'ਚ ਹਾਂ ਅੱਗੇ ਹੈਗਾ, ਤਾਂ ਮੌਂਟ੍ਰੀਐਕਸ ਰਿਕਾਰਡ ਦੀ ਗੱਲ ਕਰੀਏ ਤਾਂ ਇਹ ਰਜਿਸਟਰ ਆਫ ਵੈਟਲੈਂਡ ਸਾਈਟਸ ਆ ਔਨ ਦਾ ਲਿਸਟ ਆਫ ਮਤਲਬ ਬਾਕੀ ਤੁਸੀਂ ਉਹਨੂੰ ਤੁਹਾਨੂੰ ਮੈਂ ਦੱਸ ਹੀ ਦਿੱਤਾ। ਤਾਂ ਹੁਣ ਇਹਦੇ 'ਚ ਕੀ ਹੁੰਦਾ, ਐਟ ਪ੍ਰੈਜ਼ੈਂਟ 2 ਵੈਟਲੈਂਡਸ ਆਫ ਇੰਡੀਆ ਆਰ ਇਨ, ਇਹਦੇ ਰਿਕਾਰਡ ਦੇ ਵਿੱਚ ਆਪਣੇ 2 ਨੇ। ਇਹ ਰਿਕਾਰਡ ਦਾ ਹੁਣ ਤੁਸੀਂ ਪਹਿਲਾਂ ਇਹਦਾ ਮਤਲਬ ਵੀ ਸਮਝ ਲਓ। ਇਹਦਾ ਮਤਲਬ ਇਹ ਆ ਵੀ ਜਿਹੜੀਆਂ ਰਾਮਸਰ ਸਾਈਟ ਨੇ ਉਹਨਾਂ ਦੇ ਲਈ ਤਾਂ ਸਰਕਾਰ ਥੋੜ੍ਹੇ ਬਹੁਤੇ ਤਰੀਕੇ ਨਾਲ ਕੰਮ ਕਰ ਲੂਗੀ, ਠੀਕ ਆ, ਪਰ ਜਿਹੜਾ ਆਪਣਾ ਮੌਂਟ੍ਰੀਐਕਸ ਰਿਕਾਰਡ ਆ ਨਾ, ਜਿਹੜੀ ਇਹਦੇ ਵਿੱਚ ਆ ਗਈ ਉਹ ਬਹੁਤ ਹੀ ਜ਼ਿਆਦਾ ਬੁਰੀ ਹਾਲਤ 'ਚ ਆ, ਵੀ ਉਹਦੇ ਲਈ ਤਾਂ ਸਾਨੂੰ ਤੁਰੰਤ ਹੀ ਕੁਛ ਨਾ ਕੁਛ ਕਰਨਾ ਪਊਗਾ। ਜਿਵੇਂ ਹੁਣ ਇਹਦੇ 'ਚ ਆਪਾਂ ਉਹ ਪਹਿਲਾਂ ਜਿਹੜੇ ਪੜ੍ਹੇ ਸੀ, ਇੱਕ ਲੋਕਟਕ ਲੇਕ, ਇੱਕ ਕੀਓ ਲੈਡੀਓ ਨੈਸ਼ਨਲ ਪਾਰਕ, ਇਹ ਕੀ ਇੱਥੇ ਆ, ਰਾਜਸਥਾਨ ਦੇ ਵਿੱਚ ਆ, ਔਰ ਲੋਕਟਕ ਲੇਕ ਮਣੀਪੁਰ ਦੇ ਵਿੱਚ ਆ। ਕਲੀਅਰ ਆ। ਤੇ ਜਿਹੜੀ ਇਹ ਵੀ ਮਤਲਬ ਕਿ ਤੁਸੀਂ ਦੱਸਣਾ ਵੀ ਭਾਰਤ ਦੀਆਂ ਤਾਜ਼ੇ ਪਾਣੀ ਦੀ ਜਿਹੜੀ ਸਭ ਤੋਂ ਲਾਰਜੈਸਟ ਲੇਕ ਆ, ਫਰੈਸ਼ ਵਾਟਰ ਲੇਕ ਆ, ਉਹ ਕਿਹੜੀ ਆ, ਠੀਕ ਆ। ਤਾਂ ਲੇਕ ਦੀ ਗੱਲ ਕਰ ਰਹੇ ਹਾਂ, ਤਾਂ ਤੁਸੀਂ ਇਹ ਦੱਸੋਗੇ ਵੀ ਫਰੈਸ਼ ਵਾਟਰ ਲੇਕ ਇੰਡੀਆ ਦੀ ਸਭ ਤੋਂ ਲਾਰਜੈਸਟ ਕਿਹੜੀ ਆ। ਤਾਂ ਇੱਥੇ ਆਪਣਾ ਦੇਖਣਾ ਵੀ ਇਹਦੇ 'ਚ ਆਪਣੇ ਮੌਂਟ੍ਰੀਐਕਸ ਰਿਕਾਰਡ ਦੇ ਵਿੱਚ ਹੁਣ ਕਰੰਟਲੀ ਕਿੰਨੇ ਨੇ, ਤਾਂ 2 ਨੇ, ਕੀਓ ਲੈਡੀਓ ਨੈਸ਼ਨਲ ਪਾਰਕ ਰਾਜਸਥਾਨ, ਲੋਕਟਕ ਲੇਕ ਮਣੀਪੁਰ। ਕਲੀਅਰ ਆ। ਤਾਂ ਇਹਦੇ 'ਚ ਆ ਜਾਂਦਾ ਵੀ ਉਹ ਚੀਜ਼ ਆ ਜਾਂਦੀ ਹੈ ਵੀ ਇਹਦੇ 'ਚ ਆਪਾਂ ਜਿਹੜੀ ਮਤਲਬ ਕਿ ਤੁਰੰਤ ਹੀ ਉਹਨੂੰ ਲੋੜ ਪੈਂਦੀ ਹੈ ਸੰਭਾਲਣ ਦੇ ਲਈ। ਬਾਕੀ ਜਿਹੜੀ ਚਿਲਕਾ ਲੇਕ ਆ ਨਾ, ਚਿਲਕਾ ਲੇਕ ਉੜੀਸਾ ਦੇ ਵਿੱਚ ਸੀ, ਇਹਨੂੰ ਰਿਕਾਰਡ ਦੇ ਵਿੱਚ 1993 ਦੇ ਵਿੱਚ ਪਾਲਿਆ ਸੀਗਾ, ਪਰ ਇਸ ਤੋਂ ਬਾਅਦ 2002 ਦੇ ਵਿੱਚ ਇਹ ਠੀਕ ਹੋ ਗਈ ਇਹਦੀ ਹਾਲਤ, ਤਾਂ ਇਹਨੂੰ ਇਹਦੇ 'ਚੋਂ ਦੁਬਾਰੇ ਕੱਟਤਾ ਸੀਗਾ। ਇੱਥੋਂ ਤੱਕ ਕਲੀਅਰ ਆ। ਮੌਂਟ੍ਰੀਐਕਸ ਰਿਕਾਰਡ ਤੁਹਾਨੂੰ ਉਮੀਦ ਕਰਦੇ ਹਾਂ ਵੀ ਹੁਣ ਕਲੀਅਰ ਹੋ ਗਿਆ ਹੋਊਗਾ। ਮਤਲਬ ਇਹਨਾਂ ਨੂੰ ਜਲਦੀ ਜਿਹਨਾਂ ਨੂੰ ਕੰਜ਼ਰਵ ਕਰਨ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਅਸੀਂ ਮੌਂਟ੍ਰੀਐਕਸ ਰਿਕਾਰਡ ਦੇ ਅਕੋਰਡਿੰਗ ਪਾ ਦਿੰਦੇ। ਤੇ ਜਿਹੜੀ ਰਾਮਸਰ ਸਾਈਟ ਹੁੰਦੀ ਆ ਉਹਨਾਂ ਦਾ ਇੱਕ ਤਰ੍ਹਾਂ ਦਾ ਰਜਿਸਟਰ ਹੁੰਦਾ। ਜਿਵੇਂ ਇੰਡੀਆ ਦੇ ਵਿੱਚ ਹੁਣ ਇੰਡੀਆ ਦੀਆਂ ਕਿੰਨੀਆਂ ਨੇ, ਤਾਂ ਇੰਡੀਆ ਦੀਆਂ ਇਹਦੇ 'ਚ 2 ਜਗ੍ਹਾ ਨੇ, ਇੱਕ ਲੋਕਟਕ ਲੇਕ ਆ, ਇੱਕ ਕੀਓ ਲੈਡੀਓ ਨੈਸ਼ਨਲ ਪਾਰਕ ਰਾਜਸਥਾਨ, ਔਰ ਲੋਕਟਕ ਲੇਕ ਮਣੀਪੁਰ। ਤੇ ਜਿਹੜੀ ਚਿਲਕਾ ਲੇਕ ਆ, ਚਿਲਕਾ ਲੇਕ ਉੜੀਸਾ ਦੀ ਆ, ਔਰ ਇਹ ਖਾਰੇ ਪਾਣੀ ਦੀ ਸਭ ਤੋਂ ਲਾਰਜੈਸਟ ਲੇਕ ਆ ਇੰਡੀਆ ਦੀ,
ਇੰਡੀਆ ਦੇ ਵਿੱਚ ਸਭ ਤੋਂ ਖਾਰੇ ਪਾਣੀ ਦੀ ਵੱਡੀ ਲੇਕ ਆ ਗਈ ਆਪਣੀ ਚਿਲਕਾ ਲੇਕ ਆ, ਕਿੱਥੇ ਆ, ਉੜੀਸਾ ਦੇ ਵਿੱਚ ਪੈਂਦੀ ਆ। ਤਾਂ ਇਹਦੇ 'ਚ 1993 ਦੇ ਵਿੱਚ ਇਹਦੇ 'ਚ ਪਲੇਸ ਕੀਤੀ ਸੀ ਔਰ ਇਹਦੇ 'ਚੋਂ ਫਿਰ ਰਿਮੂਵ ਵੀ ਕਰਤੀ ਸੀ 2002 ਦੇ ਵਿੱਚ। ਉਮੀਦ ਕਰਦੇ ਹਾਂ ਵੀ ਹੁਣ ਇਹ ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਇੱਥੋਂ ਤੱਕ। ਓਕੇ, ਤਾਂ ਅੱਗੇ ਦੇਖੋ, ਰਾਮਸਰ ਕਨਵੈਨਸ਼ਨ ਵਰਕ ਵਿਦ ਦਾ ਕੋਲੈਬੋਰੇਸ਼ਨ ਆਫ ਦਾ ਫੋਲੋਇੰਗ ਆਰਗੇਨਾਈਜੇਸ਼ਨ। ਤਾਂ ਆਹ ਆਰਗੇਨਾਈਜੇਸ਼ਨ ਹੈ IUCN, ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ, IUCN। ਜਿਵੇਂ ਆਪਾਂ ਕਹਿੰਦੇ ਆ ਵੀ ਕੋਈ ਇਹਦੇ ਲਿਸਟ ਦੇ ਵਿੱਚ ਪਾ ਦਿੰਦੇ ਆ ਵੀ ਕਿਹੜੀ ਖਤਮ ਹੋਣ ਦੀ ਕਗਾਰ ਤੇ ਖੜਾ, ਨਹੀਂ ਖੜਾ। ਬਰਡ ਲਾਈਫ ਇੰਟਰਨੈਸ਼ਨਲ, ਇੰਟਰਨੈਸ਼ਨਲ ਵਾਟਰ ਮੈਨੇਜਮੈਂਟ ਇੰਸਟੀਚਿਊਟ, ਵੈਟਲੈਂਡਸ ਇੰਟਰਨੈਸ਼ਨਲ, ਵਰਲਡ ਲਾਈਫ ਵੈਟਲੈਂਡ ਟਰਸਟ, WWF ਇੰਟਰਨੈਸ਼ਨਲ। ਤਾਂ ਇਹ ਜਿਹੜੀਆਂ ਬਸ ਇਹ ਲਿਸਟ ਆ, ਤੁਸੀਂ ਇੱਕ ਧਿਆਨ 'ਚ ਰੱਖਿਓ ਵੀ ਇਹਨਾਂ ਦੇ ਨਾਲ ਇਹ ਮਿਲ ਕੇ ਆਪਦਾ ਜਿਹੜਾ ਉਹ ਕੰਮ ਕਰਦੇ ਆ। ਬਾਕੀ ਹੁਣ ਆਪਾਂ ਦੇਖੀਏ ਕੋਪ, ਇਹ ਹੁਣ ਪੁਲਿਸ ਵਾਲੇ ਕੋਪ ਨਹੀਂ ਹੈਗੇ, ਤਾਂ ਇਹ ਕੋਪ ਆ ਜਿਹੜਾ ਕਾਨਫਰੰਸ ਆਫ ਪਾਰਟੀਜ਼ ਆ। ਤਾਂ ਇਹ ਕੀ ਕਰਦੇ ਆ, ਇਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਬਣਾਉਂਦੇ ਨੇ, ਮਤਲਬ ਕਿ ਕੰਟਰੀਜ਼ ਹੁੰਦੀਆਂ ਨੇ ਜਿਹੜੀਆਂ ਨੇ ਇਹ ਸਾਈਨ ਕੀਤਾ ਵਾ, ਜਾਂ ਜਿਹੜੀਆਂ ਕੰਟਰੀਆਂ ਇਹਦੇ 'ਚ ਹੈਗੀਆਂ ਨੇ, ਤਾਂ ਇਹ ਡਿਸੀਜਨ ਵਗੈਰਾ ਨੇ ਇੱਥੇ ਅਡੋਪਟ ਕੀਤੇ ਜਾਂਦੇ। ਇਹਨਾਂ ਦਾ ਮਤਲਬ ਕਿ ਐਡਮਿਨਿਸਟ੍ਰੇਟਰ ਦਾ ਕੰਮ ਆ ਜਿੰਨਾ, ਉਹ ਇਹਦੇ 'ਚ ਕੀਤਾ ਜਾਂਦਾ। ਤਾਂ ਇਹਦੀ ਜਿਹੜੀ ਮੀਟਿੰਗ ਆ ਉਹ ਬਸ ਧਿਆਨ ਰੱਖਣਾ ਵੀ ਹਰ 3 ਸਾਲ ਬਾਅਦ ਹੁੰਦੀ ਆ। ਤੇ ਜਿਹੜੀ 2018 ਦੇ ਵਿੱਚ ਹੋਈ ਸੀ ਤਾਂ ਉਹ COP 13 ਸੀਗੀ ਇਹਦੀ ਮੀਟਿੰਗ। ਤਾਂ ਇਹ ਦੁਬਈ ਦੇ ਵਿੱਚ ਹੋਈ ਸੀ, UAE। ਓਕੇ, ਤਾਂ ਜੇ 13ਵੇਂ ਨੰਬਰ ਦੀ ਹੈ ਤਾਂ ਤੁਸੀਂ ਦੱਸਣਾ ਵੀ ਇਹ ਫਿਰ ਸ਼ੁਰੂ ਕਦੋਂ ਹੋਊਗੀ। ਤਾਂ ਮਤਲਬ ਫਿਰ ਇੱਕ 15 'ਚ ਹੋਊਗੀ, ਫਿਰ ਇਹ 2012 'ਚ ਹੋਊਗੀ, ਹੈ ਨਾ, ਐਵੇਂ ਕਰਕੇ ਪਿੱਛੇ ਜਾਊਗੀ। ਤਾਂ ਤੁਸੀਂ ਦੱਸਣਾ ਵੀ ਇਹ ਸਟਾਰਟ ਕਿੱਥੋਂ ਹੋਈ ਸੀ, COP ਵਾਲੀਆਂ ਜਿਹੜੀਆਂ ਮੀਟਿੰਗਾਂ ਜੀਆਂ ਕਰਨ ਲੱਗੇ ਨੇ, ਤਾਂ ਵੀ ਇਹ ਕਦੋਂ ਤੋਂ ਹੋਈ ਆ। ਤਾਂ ਇੱਕ ਤੁਸੀਂ ਦੱਸਣਾ ਵੀ ਜਿਹੜੀ 2021 ਦੇ ਵਿੱਚ ਹੋਈ ਆ, ਤਾਂ ਕੀ ਇਹ ਜਾਪਾਨ ਦੇ ਵਿੱਚ ਹੋਈ ਆ, ਕੀ ਉਹ ਚਾਈਨਾ ਦੇ ਵਿੱਚ ਹੋਈ ਆ, ਜਾਂ ਫਿਰ ਉਹ ਇੰਡੀਆ 'ਚ ਹੋਈ ਆ, ਜਾਂ ਫਿਰ ਉਹ ਬ੍ਰਾਜ਼ੀਲ 'ਚ ਹੋਈ ਆ। ਤਾਂ ਤੁਹਾਡੀਆਂ 4 ਆਪਸ਼ਨਾਂ ਨੇ, ਤੁਸੀਂ ਦੱਸਣਾ ਵੀ ਜਿਹੜੀ COP 14 ਆ ਤੇ ਇਹ ਮੀਟਿੰਗ ਇਹਨਾਂ ਦੀ ਕਿੱਥੇ ਹੋਈ ਆ, ਔਰ ਦੱਸਣਾ ਵੀ ਕਿਹੜੀ ਸਿਟੀ ਦੇ ਵਿੱਚ ਹੋਈ ਆ। ਇੰਡੀਆ ਦੇ ਵਿੱਚ ਆ ਤਾਂ ਨਿਊ ਦਿੱਲੀ ਦੇ ਵਿੱਚ ਆ, ਜਾਪਾਨ ਦੇ ਵਿੱਚ ਆ ਤਾਂ ਉਹਦੀ ਕੋਈ ਸਿਟੀ ਦੇਖ ਲਿਓ ਤੁਸੀਂ, ਮਤਲਬ ਉਹਦਾ ਦੱਸਣਾ। ਜਾਂ ਕਿਸੇ ਵੀ ਸਿਟੀ ਦੇ ਵਿੱਚ ਹੋਇਆ ਤਾਂ ਤੁਸੀਂ ਉਹਨਾਂ ਦੇ ਨਾਲ ਸਿਟੀ ਦਾ ਨੇਮ ਦੱਸਣਾ ਵੀ ਜਿਹੜੀ ਸਿਟੀ ਦੇ ਵਿੱਚ, ਜਿਵੇਂ ਇਹਨਾਂ ਨੇ ਲਿਖਿਆ ਨਾ ਦੁਬਈ, ਯੂਨਾਈਟਿਡ ਅਰਬ ਐਮੀਰੇਟਸ, ਤਾਂ ਤੁਸੀਂ ਐਵੇਂ ਦੱਸਣਾ ਵੀ ਉਹ ਕਿੱਥੇ ਹੋਈ ਸੀ। ਓਕੇ, ਤਾਂ ਇਹਦੇ 'ਚ ਆਪਣਾ ਇਹਦੇ ਬਾਰੇ ਤਾਂ ਇੰਨਾ ਹੀ ਪੜ੍ਹਨਾ ਸੀ। ਬਾਕੀ ਇਹਦੇ 'ਚ ਕੀ ਹੁੰਦਾ, ਟਰਾਂਸਬਾਉਂਡਰੀ ਵੈਟਲੈਂਡ। ਟਰਾਂਸਬਾਉਂਡਰੀ ਹੁੰਦੇ ਆ ਜਿਹੜੇ ਮਤਲਬ ਆ ਇੱਥੇ ਪਾਕਿਸਤਾਨ ਆ, ਇੱਥੇ ਭਾਰਤ ਆ, ਕੋਈ ਬਾਉਂਡਰੀ ਤੇ ਆ ਗਿਆ। ਹੁਣ ਇਹ ਨਾ ਕਹਿ ਦਿਓ ਵੀ ਇੱਥੇ ਬਾਉਂਡਰੀ ਤੇ ਕੋਈ ਹੈਗਾ, ਮੈਂ ਤਾਂ ਤੁਹਾਨੂੰ ਸਮਝਾਉਣ ਦੇ ਲਈ ਦੱਸ ਰਿਹਾ ਵੀ ਜਿਵੇਂ ਕਈ ਵਾਰ ਕਿਸੇ ਸਟੇਟ ਟੂ ਸਟੇਟ ਨਹੀਂ ਬਣਦੀ, ਕਿਸੇ ਵਾਰੀ ਕੰਟਰੀ ਟੂ ਕੰਟਰੀ ਨਹੀਂ ਬਣਦੀ, ਤਾਂ ਫਿਰ ਉਹਨਾਂ ਦੇ ਲਈ ਇੱਥੇ ਗੱਲਬਾਤ ਕੀਤੀ ਜਾਂਦੀ ਹੈ COP ਦੇ ਵਿੱਚ, COP ਦੇ ਵਿੱਚ। ਓਕੇ, ਤਾਂ ਅੱਗੇ ਦੇਖੋ, ਲਾਰਜੈਸਟ ਵੈਟਲੈਂਡਸ ਇਨ ਇੰਡੀਆ। ਤਾਂ ਲਾਰਜੈਸਟ ਕਿਹੜਾ, ਸਭ ਤੋਂ ਜ਼ਿਆਦਾ ਸੁੰਦਰਬਨ ਡੈਲਟਾ ਆ ਇਹਦਾ ਏਰੀਆ ਹੈਗਾ। ਤੇ ਬਾਕੀ ਆ ਤੁਹਾਡੇ ਹੋਰ ਲਿਖੇ ਹੋਏ ਨੇ। ਤਾਂ ਚਿਲਕਾ ਲੇਕ ਆ ਜਿਹੜੀ ਤੀਸਰੇ ਨੰਬਰ ਦੀ ਆਪਣੇ ਲਾਰਜੈਸਟ ਆ, ਉੜੀਸਾ ਦੇ ਵਿੱਚ ਆ, 1165 ਸਕੁਅਰ ਕਿਲੋਮੀਟਰ ਇਹਦਾ ਏਰੀਆ ਹੈਗਾ। ਤਾਂ ਇੱਥੋਂ ਤੱਕ ਮੈਨੂੰ ਪਤਾ ਲੱਗ ਗਿਆ। ਤਾਂ ਯੂਪੀ ਦੇ ਵਿੱਚ ਕਿੰਨੇ ਨੇ, ਯੂਪੀ ਦੇ ਵਿੱਚ ਅਜੇ ਤੱਕ 9 ਨੇ। ਤੇ ਵੱਡਾ ਆਪਣਾ ਸੁੰਦਰਬਨ, ਠੀਕ ਆ, ਤੇ ਛੋਟਾ ਰੇਨੂਗਾ ਆਪਾਂ ਗੱਲ ਕਰ ਲਈ। ਤਾਂ ਯੂਪੀ ਦੇ ਵਿੱਚ ਸਭ ਤੋਂ ਜ਼ਿਆਦਾ ਨੇ। ਇੱਥੋਂ ਤੱਕ ਕਲੀਅਰ ਆ, ਕਿਸੇ ਨੂੰ ਕੋਈ ਡਾਊਟ ਆ ਤਾਂ ਤੁਸੀਂ ਉਹ ਦੱਸ ਸਕਦੇ ਹੋ। ਤਾਂ ਹੁਣ ਦੇਖੋ ਵੀ ਜਿਹੜੇ ਵੈਟਲੈਂਡ ਨੇ ਉਹਨਾਂ ਨੂੰ ਆਪਾਂ ਕੰਸੀਡਰ ਕਦੋਂ ਕਰਦੇ ਆ, ਵੀ ਇੰਟਰਨੈਸ਼ਨਲ ਇੰਪੋਰਟੈਂਸ ਦੇ ਲਈ ਕਦੋਂ ਦਿੰਦੇ ਆ। ਤਾਂ ਇਹਦੇ 'ਚ ਵੈਸੇ ਤਾਂ ਤੁਹਾਨੂੰ ਇਹਦੀਆਂ ਜਿਹੜੀਆਂ ਤੁਸੀਂ ਜੇ ਚੈੱਕ ਕਰਨੀਆਂ ਹੋਣਗੀਆਂ ਤਾਂ ਗੂਗਲ ਦੇ ਉੱਤੇ 5-7 ਇਹਦੇ ਦੱਸੇ ਹੁੰਦੇ ਕ੍ਰਾਈਟੇਰੀਆ ਕਿਹੜੇ ਕਿਹੜੇ ਹੁੰਦੇ ਆ। ਪਰ ਜਿਹੜੇ ਬੇਸਿਕਲੀ 2 ਨੇ ਤੁਸੀਂ ਮੋਟੇ ਉਹ ਤੌਰ 'ਤੇ ਧਿਆਨ ਰੱਖਣਾ ਵੀ ਤੁਹਾਡਾ ਕੰਮ ਜਿਹਦੇ ਨਾਲ ਚੱਲ ਜੂਗਾ। ਜਿਵੇਂ ਕਿ ਦੇਖੋ ਵੀ ਉਹ ਰੈਗੂਲਰਲੀ ਸਪੋਰਟ ਕਰਦੇ ਹੁਣ 20,000 ਔਰ ਮੋਰ ਵਾਟਰ ਬਰਡਸ। ਤਾਂ ਪਾਣੀ ਵਾਲੇ ਬਰਡਸ ਨੇ ਨਾ ਜਿਹੜੇ ਵਾਟਰ ਬਰਡਸ, ਤਕਰੀਬਨ 20,000 ਉੱਥੇ ਹੋਣ, ਠੀਕ ਆ, ਰੈਗੂਲਰ ਉੱਥੇ ਰਹਿੰਦੇ ਹੋਣ। ਤਾਂ ਫਿਰ ਉਹ ਜਗ੍ਹਾ ਨੂੰ ਵੀ ਉੱਥੇ ਸੰਭਾਲਣ ਦੇ ਲਈ ਹੁੰਦਾ। ਬਾਕੀ 1% ਕਿਸੇ ਇੰਡੀਵਿਜੂਅਲ ਦੀ ਪਾਪੂਲੇਸ਼ਨ ਨੂੰ ਉੱਥੇ ਉਹ ਸਪੋਰਟ ਕਰਦਾ ਹੋਵੇ ਵਾਟਰ ਬਰਡ ਦੀ ਨੂੰ, ਕਿਸੇ ਵਾਟਰ ਬਰਡ ਦੀ ਇੱਕ ਪ੍ਰਜਾਤੀ ਦੀ 1% ਹੋਵੇ ਉੱਥੇ ਇੰਡੀਵਿਜੂਅਲ ਕੈਟਾਗਰੀ। ਓਕੇ, ਤਾਂ ਇਹ 2 ਨੇ ਜਿਹੜੇ ਤੁਸੀਂ ਇਹਨੂੰ ਬਸ ਧਿਆਨ ਦੇ ਵਿੱਚ ਰੱਖ ਲਿਓ, ਤਾਂ ਤੁਹਾਡਾ ਕੰਮ ਆ ਜਿਹੜਾ ਉਹ ਚੱਲ ਜੂਗਾ। ਤਾਂ ਹੁਣ ਇਹ ਤਾਂ ਰਹੀ ਆਪਣੀ ਇਹਦੀ ਸਾਰੀ ਗੱਲਬਾਤ, ਆਪਾਂ ਕਿਹੜੀ ਗੱਲ ਕਰੀ ਆ। ਤਾਂ ਬਾਕੀ ਇੱਕ ਤੁਹਾਡਾ ਲਈ ਹੋਰ ਕੰਮ ਆ। ਤਾਂ ਜਿਹੜਾ 2022 ਦਾ ਥੀਮ ਸੀ ਨਾ, 2022 ਵੈਟਲੈਂਡ ਦਾ ਇਹਦਾ ਥੀਮ ਸੀਗਾ ਆਪਣਾ, 2022 ਦਾ, ਤਾਂ ਉਹਦੇ 'ਚ ਸੀਗਾ ਵੈਟਲੈਂਡ ਐਕਸ਼ਨ ਫॉर ਪੀਪਲ ਐਂਡ ਨੇਚਰ। ਇਹ 2022 ਦਾ ਸੀ। ਇਹਨਾਂ ਆਪਾਂ ਨੂੰ 2023 ਔਰ 2024 ਇਹਨਾਂ ਦੇ ਵੀ ਦਿੱਤੇ ਪਏ। ਇਹਨਾਂ ਦੀ ਥੀਮ ਤੁਸੀਂ ਦੱਸੋਗੇ, ਕਿਉਂਕਿ ਤੁਹਾਨੂੰ ਆ ਸਕਦੀ ਆ, ਜਿਵੇਂ ਅਗਲੇ ਪੁੱਛ ਲੈਂਦੇ ਆ ਨਾ ਵੀ ਅਗਲੀ ਵਾਰੀ ਗੇਮਾਂ ਕਿੱਥੇ ਹੋਣਗੀਆਂ, ਜਾਂ ਫਿਰ ਹੋਰ ਕੋਈ ਵੀ ਮੀਟਿੰਗ ਹੁੰਦੀ ਆ ਵੀ ਉਹ ਕਿੱਥੇ ਹੋਊਗੀ, ਤਾਂ ਤੁਹਾਨੂੰ ਇਹਨਾਂ ਦੀ ਥੀਮ ਪੁੱਛੀ ਜਾ ਸਕਦੀ ਆ। ਕੋਈ ਉੱਥੇ ਹੈਰਾਨੀ ਹੋਣ ਵਾਲੀ ਫਿਰ ਗੱਲ ਨਹੀਂ ਹੋਣੀ ਤੁਹਾਡੇ ਲਈ। ਇੱਕ ਵਾਰ ਇਹਦੇ ਝਾਤੀ ਮਾਰ ਲਿਓ, ਇਹ ਤੁਹਾਡਾ ਵਰਕ ਆ। ਵੀ ਬਾਅਦ ਦੇ ਵਿੱਚ ਅਗਰ ਤੁਹਾਨੂੰ ਕੋਈ ਡਾਊਟ ਹੋਊਗਾ ਤਾਂ ਅਸੀਂ ਟੈਲੀਗ੍ਰਾਮ 'ਤੇ ਇਹਦਾ ਵੀ ਜਿਹੜਾ ਉਹ ਸ਼ੇਅਰ ਕਰ ਦਾਂਗੇ ਵੀ ਕੀ ਆਨਸਰ ਆ ਸਭ ਦੇ। ਪਰ ਇੱਕ ਵਾਰ ਤੋਂ ਤੁਸੀਂ ਇਹ ਤੁਹਾਡਾ ਵਰਕ ਆ ਵੀ ਤੁਸੀਂ ਇਹਨੂੰ ਜ਼ਰੂਰ ਦੇਖਣਾ ਵੀ ਇਹ ਕਿੱਥੇ ਆ। ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਜਿਹੜੀ ਆਪਣੇ ਇੰਡੀਆ ਦੇ ਵਿੱਚੋਂ ਕਿਹੜੀ ਸੀ। ਤਾਂ ਜਿਹੜੀ ਆਪਣੇ ਇੰਡੀਆ ਦਾ 3rd ਲਾਰਜੈਸਟ ਆ ਚਿਲਕਾ ਲੇਕ ਕਿੱਥੇ ਆ, ਉੜੀਸਾ ਦੇ ਵਿੱਚ ਆ। ਔਰ ਇਹਨੂੰ ਆਪਾਂ ਇਹਦੇ 'ਚ ਐਡ ਕਰ ਲਿਆ ਸੀ 1993 ਦੇ ਵਿੱਚ, ਬਟ 2002 ਦੇ ਵਿੱਚ ਇਹਨੂੰ ਆਪਾਂ ਬਾਹਰ ਵੀ ਕਰਤਾ ਸੀ। ਤੇ ਖਾਰੇ ਪਾਣੀ ਦੀ ਸਭ ਤੋਂ ਵੱਡੀ ਲੇਕ ਆਪਣੇ ਭਾਰਤ ਦੀ। ਤਾਂ ਹੁਣ ਮੌਂਟਰੈਕਸ ਰਿਕਾਰਡ ਦੇ ਵਿੱਚ ਆਪਣੇ ਕਿੰਨੇ ਨੇ, 2 ਨੇ। ਇੱਕ ਕਿਓਲੈਡ ਨੈਸ਼ਨਲ ਪਾਰਕ ਰਾਜਸਥਾਨ ਆ, ਔਰ
ਇਹ 1990 ਦੇ ਵਿੱਚ ਐਡ ਕੀਤਾ ਗਿਆ ਸੀ। ਲੋਕਟਕ ਲੇਕ ਮਣੀਪੁਰ 1993 ਦੇ ਵਿੱਚ ਕੀਤੀ ਗਈ ਸੀ। ਓਕੇ, ਤਾਂ ਇਹ ਸਾਰੇ ਪੁਆਇੰਟ ਨੇ ਜਿਹੜੇ ਤੁਹਾਨੂੰ ਇਹਦਾ ਕਲੀਅਰ ਹੋਣਗੇ। ਹੁਣ ਆਪਾਂ ਪੰਜਾਬ ਦੇ ਬਾਰੇ ਗੱਲ ਕਰ ਲੈਂਦੇ ਹਾਂ। ਤਾਂ ਪੰਜਾਬ ਦੇ ਵਿੱਚ ਨੇ ਜਿਹੜੇ ਉਹ ਪਹਿਲਾਂ 3 ਪਹਿਲਾਂ ਹੁੰਦੇ ਸੀ, ਤਾਂ ਇਸ ਤੋਂ ਬਾਅਦ ਆਪਣੇ ਜਿਹੜੇ ਨਵੇਂ ਐਡ ਕੀਤੇ ਗਏ ਤਾਂ ਪੰਜਾਬ ਦੇ ਤੁਸੀਂ ਇੱਥੇ ਲਿਖ ਲਓ, ਮੈਂ ਲਿਖ ਰਿਹਾ। ਤੇ ਇਹ ਪਹਿਲਾਂ ਹੀ ਆਪਣੇ ਇੱਕ ਹਰੀਕੇ ਵੈਟਲੈਂਡ, ਠੀਕ ਆ। ਤਾਂ ਇਹ ਆਪਣਾ 1990 ਦੇ ਵਿੱਚ, ਬਸ ਤੁਸੀਂ ਬਾਹਲਾ ਇਹਨਾਂ ਦੇ ਵਿੱਚ ਡਿਟੇਲ 'ਚ ਨਹੀਂ ਜਾਣਾ। ਤੇ ਇਹ 1990 ਦੇ ਵਿੱਚ ਸੀ। ਤੇ ਰਾਮਸਰ ਨੰਬਰ ਇਹਦਾ 462 ਆ, ਔਰ ਇਹ ਮੈਨ ਮੇਡ ਆ। ਬਸ ਇੰਨਾ ਕੁ ਧਿਆਨ ਰੱਖਣਾ, ਮੈਨ ਮੇਡ ਜਿਹੜੇ ਵੀ ਬੰਦੇ ਬਣਾਉਂਦੇ ਆਪ, ਤਾਂ ਇਹ ਮੈਨ ਮੇਡ ਆ। ਤੇ ਇਹ ਫਿਰੋਜ਼ਪੁਰ, ਕਪੂਰਥਲਾ, ਤਰਨਤਾਰਨ ਦੇ ਵਿੱਚ ਆਉਂਦਾ, ਬਿਆਸ, ਸਤਲੁਜ, ਸੰਗਮ ਦੇ। ਹਰੀਕੇ ਵੈਟਲੈਂਡ ਕਲੀਅਰ ਆ। ਔਰ ਇਹਦੇ 'ਚ ਕੀ ਆ ਵੀ ਇੱਥੇ ਨਾ ਕਾਫੀ ਜ਼ਿਆਦਾ ਉਹ ਆਉਂਦੇ ਨੇ, ਆਪਣੇ ਪੰਛੀ ਆਉਂਦੇ ਆ ਬਾਹਰ ਤੋਂ। ਤਾਂ ਇੱਕ ਤਾਂ ਤੁਹਾਡਾ ਹੋ ਗਿਆ ਹਰੀਕੇ ਵੈਟਲੈਂਡ ਇੱਕ, ਤੇ ਇੱਕ ਆਪਾਂ ਹੋਰ ਦੇਗਾ ਦੇਖਦੇ ਹਾਂ। ਤੇ ਦੂਸਰਾ ਦੇਖੋ, ਦੂਸਰੇ ਨੰਬਰ ਦਾ ਹੈਗਾ ਇੱਕ ਆਪਣੇ ਕੋਲੇ ਕਾਂਜਲੀ, ਠੀਕ ਆ। ਪੂਰੇ ਨਾਮ ਤੁਸੀਂ ਬਾਅਦ ਦੇ ਵਿੱਚ ਦੇਖ ਸਕਦੇ ਹੋ, ਬਸ ਯਾਦ ਕਰ ਲਈ, ਮੈਂ ਤਾਂ ਤੁਹਾਨੂੰ ਹਾਫ ਸ਼ਾਰਟ 'ਚ ਲਿਖਾ ਰਿਹਾ। ਹਰੀਕੇ ਕਾਂਜਲੀ, ਤੇ ਕਾਂਜਲੀ ਆਪਣਾ 2002 ਦੇ ਵਿੱਚ ਆ। ਕਾਂਜਲੀ 2002 ਦੇ ਵਿੱਚ ਆ। ਅਗਰ ਇਹ ਹੈਗਾ 1160, ਠੀਕ ਆ। ਉਹ 62 ਸੀਗਾ, ਇਹ 1160, ਉਹ ਸੌਰੀ ਉਹ 462 ਸੀਗਾ, ਠੀਕ ਆ। 462 ਸੀਗਾ ਤੇ 1160 ਨੰਬਰ ਆ। ਔਰ ਇਹ ਵੀ ਆਪਣਾ ਮੈਨ ਮੇਡ ਆ। ਜਿਹੜਾ ਕਾਂਜਲੀ ਆ ਇਹ ਵੀ ਕੀ ਆ ਆਪਣਾ ਮੈਨ ਮੇਡ ਆ। ਔਰ ਇਹ ਕਿੱਥੇ ਆ, ਕਪੂਰਥਲਾ। 2 ਕਲੀਅਰ ਨੇ। ਤਾਂ ਹੁਣ ਤੀਜਾ ਇੱਧਰ ਦੇਖ ਲਓ ਉੱਪਰ, ਤੇ ਇੱਕ ਹੈਗਾ ਆਪਣਾ ਰੋਪੜ। ਇਹਨਾਂ ਦੇ ਨਾਮ ਤੁਸੀਂ ਬਾਅਦ ਦੇ ਵਿੱਚ ਆਪਦੇ ਨੋਟਸ ਵਗੈਰਾ ਦੇ ਵਿੱਚ ਕਿਤੇ ਗੂਗਲ ਕਰਕੇ ਦੇਖ ਲਿਓ। ਮੈਂ ਤਾਂ ਤੁਹਾਨੂੰ ਮਤਲਬ ਤੁਹਾਡੇ ਸ਼ਾਰਟ ਕਰਨ ਦੇ ਲਈ ਤੁਹਾਨੂੰ ਯਾਦ ਕਰਕੇ ਕਰਵਾ ਰਿਹਾ। ਤਾਂ ਇਹਦਾ ਨੰਬਰ ਹੈਗਾ 1161, ਇਹ ਵੀ ਆਪਣਾ ਮੈਨ ਮੇਡ ਆ, ਠੀਕ ਆ। ਹੁਣ ਆਪਾਂ 3 ਦੀ ਗੱਲ ਕਰੀਏ, ਹਰੀਕੇ, ਕਾਂਜਲੀ, ਰੋਪੜ। ਹਰੀਕੇ, ਕਾਂਜਲੀ, ਰੋਪੜ, ਇਹ ਤਿੰਨੋਂ ਹੀ ਮੈਨ ਮੇਡ ਨੇ। ਓਕੇ, ਤਾਂ ਇਸ ਤੋਂ ਬਾਅਦ ਆਉਂਦਾ ਆਪਣਾ ਨੰਗਲ, ਚੌਥਾ ਇੱਕ ਹੈਗਾ ਨੰਗਲ। ਹੁਣ ਜੇ ਨੰਗਲ ਦੀ ਗੱਲ ਕਰੀਏ, ਇਹ ਆਪਣੀ ਕੀ ਆ, ਵਰਲਡ ਲਾਈਫ ਸੈਂਚੁਰੀ। ਇੱਥੇ ਆਪਣੀ ਕੀ ਆ, ਵਰਲਡ ਲਾਈਫ ਸੈਂਚੁਰੀ ਆ ਜਿਹੜੀ ਇਹਦੇ 'ਚ ਆ। ਤਾਂ ਇਹ ਆਪਣਾ ਕਿੰਨਵਾਂ ਨੰਬਰ ਸੀ ਇਹਦਾ, 2407 ਨੰਬਰ ਆ। ਤੁਸੀਂ ਨੋਟਸ ਦੇ ਵਿੱਚ ਆਪਦਾ ਨਾਲ ਦੀ ਨਾਲ ਇਹਨੂੰ ਨੋਟ ਕਰ ਲਓ। ਤਾਂ ਇਹ ਵੀ ਆਪਣਾ ਕੀ ਆ, ਇੱਕ ਮੈਨ ਮੇਡ ਆ। ਹਜੇ ਤੱਕ ਆਪਾਂ ਜਿਹਦੀ ਗੱਲ ਕਰੀਏ ਕੋਈ ਵੀ ਇਹਦੇ 'ਚੋਂ ਨੈਚੁਰਲ ਨਹੀਂ ਹੈਗਾ, ਤਾਂ ਆਪਾਂ ਮੈਨ ਮੇਡ ਦੀ ਆ। ਇਹ ਆਪਣਾ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ। ਤੇ ਇਸ ਤੋਂ ਬਾਅਦ ਆਪਣਾ ਆਉਂਦਾ ਬਿਆਸ ਕੰਜ਼ਰਵੇਸ਼ਨ। ਆਹ ਨੋਟ ਕਰ ਲਏ ਹੋਣਗੇ, ਇਹਨਾਂ ਨੂੰ ਮੈਂ ਅਰੇਂਜ ਕਰਨ ਲੱਗਿਆ, ਤਾਂ ਨਹੀਂ ਬੈਕ ਕਰਕੇ ਸਕਰੀਨਸ਼ਾਟ ਕਰ ਲਿਓ, ਜਾਂ ਫਿਰ ਇਹਨੂੰ ਨੋਟ ਕਰ ਲਓ ਤੁਸੀਂ। ਤਾਂ ਬਿਆਸ ਕੰਜ਼ਰਵੇਸ਼ਨ ਦੀ ਗੱਲ ਕਰੀਏ ਤਾਂ ਇਹਦੇ ਬਾਰੇ ਇੰਪੋਰਟੈਂਟ ਪੁਆਇੰਟ ਆ ਥੋੜ੍ਹੇ ਜਿਹੇ। ਇਹਨੂੰ ਕਿਉਂ ਕਰਦੇ ਆਪਾਂ, ਕਿਉਂਕਿ ਆਹ ਦੇਖੋ, ਆਹ ਵਾਲੀ ਇੱਥੇ ਮੈਂ ਹਾਈਲਾਈਟ ਕਰਦਾ ਉਹ ਚੀਜ਼ ਨੂੰ, ਤੁਸੀਂ ਇਹਦੇ 'ਤੇ ਥੋੜ੍ਹਾ ਜਿਹਾ ਧਿਆਨ ਦਿਓ। ਆਫਟਰ 50 ਈਅਰਸ ਘੜਿਆਲ ਰਿਟਰਨ ਟੂ ਬਿਆਸ ਕੰਜ਼ਰਵੇਸ਼ਨ ਰਿਜ਼ਰਵ। ਤਕਰੀਬਨ 50 ਸਾਲਾਂ ਤੋਂ ਬਾਅਦ ਕਹਿੰਦੇ ਘੜਿਆਲ ਸੀਗੇ ਜਿਹੜੇ ਉਹ ਦੁਬਾਰੇ ਬਿਆਸ ਕੰਜ਼ਰਵੇਸ਼ਨ ਦੇ ਵਿੱਚ ਦੇਖੇ ਗਏ। ਤੇ ਇਹ ਕੀ ਨੇ ਹੁੰਦੇ, ਮਤਲਬ ਕਿ ਘੜਿਆਲ ਹੁੰਦੇ ਆ ਫਿਸ਼ ਈਟਿੰਗ ਕ੍ਰੋਕੋਡਾਈਲ ਇਜ਼ ਨੇਟਿਵ ਟੂ ਦਾ ਇੰਡੀਅਨ ਸਬ ਕੰਟੀਨੈਂਟ। ਦੇ ਆਰ ਅ ਕਰੂਸ਼ੀਅਲ ਇੰਡੀਕੇਟਰ ਆਫ ਦਾ ਕਲੀਨ ਰਿਵਰ ਵਾਟਰ। ਮਤਲਬ ਜਿੱਥੇ ਪਾਏ ਜਾਂਦੇ ਆ ਤਾਂ ਕਹਿੰਦੇ ਆ ਵੀ ਉੱਥੇ ਪਾਣੀ ਵੀ ਰਿਵਰ ਦਾ ਜਿਹੜਾ ਕਲੀਨ ਆ, ਤਾਂ ਉਹਦੇ ਲਈ ਇਹ ਪਾਏ ਜਾਂਦੇ ਆ ਉੱਥੇ। ਇੱਥੋਂ ਤੱਕ ਤਾਂ ਤੁਹਾਨੂੰ ਇਹ ਕਲੀਅਰ ਹੋਊਗਾ। ਤਾਂ ਕਰਕੇ ਇਹ ਨਿਊਜ਼ ਦੇ ਵਿੱਚ ਰਿਹਾ ਸੀਗਾ, ਕਿਉਂਕਿ 50 ਸਾਲਾਂ ਬਾਅਦ ਇੱਥੇ ਜਿਹੜੇ ਘੜਿਆਲ ਨੇ ਉਹ ਦੁਬਾਰੇ ਦੇਖੇ ਗਏ ਨੇ। ਤੇ ਜਿਹੜੇ ਘੜਿਆਲ ਨੇ ਇਹ ਲਿਸਟ ਨੇ ਸ਼ਡਿਊਲ 1 ਦੇ ਵਿੱਚ ਆਉਂਦੇ ਆ, ਵਰਲਡ ਲਾਈਫ ਪ੍ਰੋਟੈਕਸ਼ਨ ਐਕਟ 1972। ਓਕੇ, ਤਾਂ ਆਪਾਂ ਇਹਦੇ ਬਾਰੇ ਵੀ ਕੋਈ ਨਹੀਂ ਗੱਲ ਕਰਾਂਗੇ ਵੀ ਜਦੋਂ EVS ਦੇ ਵਿੱਚ ਬਾਕੀ ਆਊਗਾ ਕਿਹੜੇ ਕਿਹੜੇ ਐਕਟ ਨੇ 1972 ਦਾ। ਜਿਵੇਂ ਇਹ ਐਕਟ ਆ, ਇਹਦੇ ਬਾਰੇ ਸ਼ਡਿਊਲ 1, 2 ਦੇ ਵਿੱਚ ਕੀ ਆ, ਕਿਹੜੀ ਇੰਡੇਂਜਰ ਆ, ਠੀਕ ਆ। ਤਾਂ ਇਹਦੇ 'ਚ ਆ ਵੀ ਹੋਰ ਚੀਜ਼ਾਂ ਹੈਗੀਆਂ ਨੇ, ਤਾਂ ਤੁਸੀਂ ਦੇਖ ਸਕਦੇ ਹੋ। ਦਾ ਰਿਜ਼ਰਵ ਹੋਸਟ ਓਨਲੀ ਨੋਨ ਪਾਪੂਲੇਸ਼ਨ ਇਨ ਇੰਡੀਆ ਇੰਡੇਂਜਰ ਇੰਡਸ ਰਿਵਰ ਡੋਲਫਿਨ। ਤਾਂ ਇਹਦੀ ਵੀ ਜਿਹੜੀ ਇੱਥੇ ਪਾਈ ਜਾਂਦੀ ਆ ਆਪਣੀ ਪ੍ਰਜਾਤੀ ਆਹ। ਤੇ 2017 ਦੇ ਵਿੱਚ ਇਹਦੇ ਲਈ ਇੱਕ ਪ੍ਰੋਗਰਾਮ ਵੀ ਚਲਾਇਆ ਗਿਆ ਸੀਗਾ ਘੜਿਆਲ ਨੂੰ ਬਚਾਉਣ ਦੇ ਲਈ। ਤਾਂ ਆਹ ਇਹਦੇ 'ਚ ਏਰੀਆ ਗਾ, ਏਰੀਆ ਕਿਸੇ ਨੇ ਧਿਆਨ 'ਚ ਰੱਖਣਾ ਰੱਖ ਲਿਓ, ਨਹੀਂ ਕੋਈ ਇਹਦਾ ਏਰੀਆ ਵਾਈਜ਼ ਤਾਂ ਕੁਛ ਆਉਂਦਾ ਨਹੀਂ। ਡੈਜ਼ਿਗਨੇਟਡ ਡੇਟ 2019। ਤਾਂ ਸਾਈਟ ਨੰਬਰ 2408 ਆ। ਬਾਕੀ ਜਿਨ੍ਹਾਂ ਨੂੰ ਹੋਰ ਜਾਣਕਾਰੀ ਚਾਹੀਦੀ ਉਹ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਲਿਖ ਕੇ ਤੁਸੀਂ ਸਰਚ ਕਰ ਸਕਦੇ ਹੋ। ਉਹਨਾਂ ਦੀ ਆਪਣੀ ਰਾਮਸਰ ਸਾਈਟਸ ਆ ਜਿਹੜੀ, ਉਹਦੇ 'ਤੇ ਇਹਦੇ ਬਾਰੇ ਬੇਸਿਕ ਹੋਰ ਵੀ ਜਾਣਕਾਰੀ ਦਿੱਤੀ ਹੋਈ ਆ। ਵੈਸੇ ਤੁਹਾਡੇ ਪੇਪਰ ਲਈ ਇੰਨੀ ਕਾਫੀ ਆ। ਤਾਂ ਆ ਗਿਆ। ਇਸ ਤੋਂ ਬਾਅਦ ਆਪਣਾ ਜਿਹੜਾ ਇੱਕ ਰਹਿ ਗਿਆ ਕੇਸੋਪੁਰ। ਫਿਰ ਕਿਹੜਾ ਬਚਦਾ ਆਪਣਾ, ਆਪਾਂ ਹਰੀਕੇ ਵੈਟਲੈਂਡ ਗੱਲ ਕਰ ਲਈ, ਕਾਂਜਲੀ ਦੀ ਗੱਲ ਕਰ ਲਈ, ਰੋਪੜ ਦੀ ਗੱਲ ਕਰ ਲਈ, ਨੰਗਲ ਦੀ ਗੱਲ ਕਰ ਲਈ। ਔਰ ਜਿਹੜਾ ਬਿਆਸ ਆ ਨਾ, ਇਹਦੇ ਬਾਰੇ ਇੱਕ ਧਿਆਨ 'ਚ ਰੱਖਿਓ ਵੀ ਇਹ ਨੈਚੁਰਲ ਆ। ਇਹ ਕਿਹੜਾ ਗਾ, ਇਹ ਨੈਚੁਰਲ ਆ, ਜਾਣੀ ਕਿ ਇਹ ਕੁਦਰਤੀ ਆ। ਜਿਹੜੇ ਆਪਾਂ ਪਹਿਲਾਂ ਸਭ ਦੀ ਗੱਲ ਕਰੀ ਸੀ ਉਹ ਸਾਰੇ ਮੈਨ ਮੇਡ ਸੀਗੇ, ਠੀਕ ਆ। ਤੇ ਆਪਣਾ ਇੱਕ ਆ ਕੇਸੋਪੁਰ, ਬਸ 2 ਹੀ ਨੇ, ਇੱਕ ਬਿਆਸ ਤੇ ਕੇਸੋ। ਬਿਆਸ ਕੇਸੋ ਦੋਨੇ ਇਹ ਨੈਚੁਰਲ ਨੇ। ਕੇਸੋਪੁਰ ਵਾਲਾ ਵੀ ਕੀ ਆ, ਇਹ ਇੱਕ ਇਹ ਕਮਿਊਨਿਟੀ ਰਿਜ਼ਰਵ ਆ ਕੇਸੋਪੁਰ। ਤਾਂ ਇਹ 2412 ਨੰਬਰ ਦਾ, ਇਹਦੇ 'ਚ ਉਹਦਾ ਕਿੰਨਾ ਨੰਬਰ ਆ, 2412। ਤੇ ਇਹ ਗੁਰਦਾਸਪੁਰ, ਠੀਕ ਆ। ਤਾਂ ਵੈਸੇ ਤਾਂ ਇਹ ਹੋਰ ਵੀ ਨੇ ਪੰਜਾਬ ਲੈਵਲ 'ਤੇ ਆਪਣੇ, ਹੋਰ ਵੀ ਹੈਗੇ ਨੇ। ਢੋਲਬਾਹਾ ਹੋ ਗਿਆ,
ਠੀਕ ਆ। ਮੰਡ ਭਰਤਲਾ ਹੋ ਗਿਆ, ਕਾਨੂੰਵਾਲ ਸੰਭ ਹੋ ਗਈ, ਜਸਤਰਵਾਲ ਹੋ ਗਿਆ, ਐਵੇਂ ਆਪਣੇ ਹੈ ਤਾਂ ਹੋਰ ਵੀ ਨੇ। ਬਸ ਇਹਨਾਂ ਬਾਰੇ ਆਪਾਂ ਨੂੰ ਇੰਨਾ ਲੋਕਲ ਲੈਵਲ 'ਤੇ ਜਾਣ ਦੀ ਲੋੜ ਨਹੀਂ ਹੈਗੀ ਵੀ ਆਪਾਂ ਦੇਖੀਏ, ਕਿਉਂਕਿ ਇਹ ਇੰਟਰਨੈਸ਼ਨਲ ਜਾਂ ਨੈਸ਼ਨਲ ਲੈਵਲ ਦੇ ਹੁੰਦੇ ਆ, ਆਪਾਂ ਉਹਨਾਂ ਦੇ ਬਾਰੇ ਗੱਲ ਕਰ ਰਹੇ ਹਾਂ। ਤਾਂ ਇਹਦੇ ਬਾਰੇ ਸੀਗੇ ਜਿਹੜੇ ਆਪਾਂ ਗੱਲ ਕਰ ਲਈ। ਅਤੇ ਬਾਕੀ ਹੁਣ ਥੋੜ੍ਹਾ ਜਿਹਾ ਆਪਾਂ ਕਰੰਟ ਦੀ ਗੱਲ ਕਰ ਲੈਂਦੇ ਹਾਂ। ਤਾਂ ਜਿਹੜਾ ਸਭ ਤੋਂ ਲੇਟੈਸਟ ਕੀਤੇ ਗਏ ਆ ਨਾ, ਹੁਣੇ ਸਭ ਤੋਂ ਜਿਹੜੇ ਸਭ ਤੋਂ ਲੇਟੈਸਟ ਕੀਤੇ ਗਏ ਨੇ, ਲੇਟੈਸਟ 2021 ਦੇ ਵਿੱਚ, ਠੀਕ ਆ। ਤਾਂ ਇਹਦੇ 'ਚ ਇੱਕ ਦਾ ਕਰਿਆ ਗਿਆ ਹੈਦਰਪੁਰ, ਇਹ ਮਤਲਬ ਨਵਾਂ ਗਾ ਕਰੰਟ ਦਾ, ਤਾਂ ਕਰਕੇ ਇਹ ਕਿੱਥੇ ਆ, ਇਹ ਯੂਪੀ ਦੇ ਵਿੱਚ ਆ। ਔਰ ਇਹ 47ਵੇਂ ਨੰਬਰ ਦਾ, ਸਭ ਆਪਾਂ 47 ਕਿਹਾ ਵੀ 47 ਨੇ ਇੰਡੀਆ ਦੇ ਵਿੱਚ, ਤਾਂ 47ਵੇਂ ਨੰਬਰ ਦਾ ਕਿਹੜਾ ਗਿਆ, ਹੈਦਰਪੁਰ ਯੂਪੀ ਦਾ ਇਹ। ਤਾਂ ਇਹ ਦਸੰਬਰ 2021 ਦੇ ਵਿੱਚ ਬਣਾਇਆ, ਦਸੰਬਰ 2021 ਦੇ ਵਿੱਚ ਇਹਨੂੰ ਮਤਲਬ ਕਿ ਇੱਧਰ ਡਿਕਲੇਅਰ ਕੀਤਾ ਗਿਆ। ਔਰ ਇਹ ਕੀ ਆ, ਇਹ ਵੀ ਆਪਣਾ ਹਿਊਮਨ ਮੇਡ ਆ, ਜਿਹੜਾ ਇਹ ਵਾਲਾ ਇਹ ਵੀ ਆਪਣਾ ਹਿਊਮਨ ਮੇਡ ਆ, ਯਾਨੀ ਕਿ ਮੈਨ ਮੇਡ ਹੀ ਆ। ਉਹ 1984 ਦੇ ਵਿੱਚ ਇਹਨਾਂ ਨੇ ਸ਼ੁਰੂ ਕਰਿਆ ਸੀ, ਅਤੇ 2021 ਦੇ ਵਿੱਚ ਹੁਣ ਇਹਨੂੰ ਰਾਮਸਰ ਦਾ ਦਰਜਾ ਮਿਲ ਗਿਆ। ਅਤੇ ਇਹ ਬਾਰਡਰ ਤਾਂ ਹਸਤੀਨਾਪੁਰ ਵਾਈਲਡ ਲਾਈਫ ਸੈਂਚੁਰੀ ਨਾਲ ਇਹਦਾ ਬਾਰਡਰ ਲੱਗਦਾ ਗਾ। ਓਕੇ, ਤਾਂ ਇਹ ਤੋਂ ਪਹਿਲਾਂ ਅਗਸਤ ਦੇ ਵਿੱਚ, ਇਹ ਤੋਂ ਪਹਿਲਾਂ ਅਗਸਤ ਦੇ ਵਿੱਚ 4 ਨਵੇਂ ਕੀਤੇ ਗਏ ਸੀ। ਅਗਸਤ 2021 ਦੇ ਵਿੱਚ 4 ਪਹਿਲਾਂ ਕਰੇ ਸੀਗੇ, ਜਿਵੇਂ ਕਿ ਇੱਕ ਦਾ ਸੀਗਾ ਸੁਲਤਾਨਪੁਰ ਨੈਸ਼ਨਲ ਪਾਰਕ, ਲਿਖੀ ਚੱਲੋ ਨਾਲ ਦੀ ਨਾਲ ਸੁਲਤਾਨਪੁਰ, ਬਸ 4-5 ਕੀ ਲਿਖਾਂਗੇ ਆਪਾਂ, ਸਾਰੇ ਨਹੀਂ ਲਿਖਣੇ। ਜਿਨ੍ਹਾਂ ਨੇ ਲਿਸਟ ਦੇਖਣੀ ਆ ਪੂਰੀ ਉਹ ਗੂਗਲ ਕਰ ਲਿਓ। ਸੁਲਤਾਨਪੁਰ ਨੈਸ਼ਨਲ ਪਾਰਕ, ਪੇਪਰ ਦੇ ਵਿੱਚ ਪੂਰਿਆਂ ਦੇ ਵਿੱਚੋਂ ਤਾਂ ਕੁਛ ਆਉਂਦਾ ਨਹੀਂ ਕਈ ਵਾਰ, ਪਰ ਮਿਲਾਨ ਲਈ ਆ ਜਾਂਦਾ ਹੁੰਦਾ। ਸੁਲਤਾਨਪੁਰ ਨੈਸ਼ਨਲ ਪਾਰਕ, ਇਹ ਗੁਰੂਗ੍ਰਾਮ ਹਰਿਆਣਾ। ਇੱਕ ਹਰਿਆਣੇ ਦੇ ਵਿੱਚ ਹੋਰ ਸੀਗਾ ਪਿੰਡਾਵਾਸ ਵਾਈਲਡ ਲਾਈਫ ਸੈਂਚੁਰੀ, ਹਰਿਆਣੇ ਦੇ ਵਿੱਚ 2 ਕਰੇ ਗਏ ਨੇ, ਪਿੰਡਾਵਾਸ ਵਾਈਲਡ ਲਾਈਫ ਸੈਂਚੁਰੀ ਝੱਜਰ ਹਰਿਆਣਾ। ਤਾਂ ਆਹ 2 ਸੀਗੇ ਆਪਣੇ ਹਰਿਆਣੇ ਦੇ ਨੇ, ਔਰ ਆਪਣੇ 2 ਕਰੇ ਸੀਗੇ ਗੁਜਰਾਤ ਦੇ ਵਿੱਚ। ਇਹਦੋਂ ਹੀ ਨਾਲ ਹੀ ਇਹਦੇ ਹੋਰ ਕਿੱਥੇ ਕੀਤੇ ਸੀਗੇ, ਗੁਜਰਾਤ ਦੇ ਵਿੱਚ। ਉਹਦੇ 'ਚ ਕਿਹੜੇ ਕਿਹੜੇ ਸੀਗੇ, ਇੱਕ ਸੀਗੀ ਥੋਲ ਲੇਕ ਵਾਈਲਡ ਲਾਈਫ ਸੈਂਚੁਰੀ, ਇਹ ਨੇੜੇ ਅਹਿਮਦਾਬਾਦ ਦੇ ਨੇੜੇ ਸੀਗੇ ਇਹ। ਅਤੇ ਇੱਕ ਸੀਗੀ ਆਪਣੀ ਬਦਾਬਾਨਾ ਵੈਟਲੈਂਡ, ਇਹ ਵਡੋਦਰਾ ਗੁਜਰਾਤ ਦੇ ਵਿੱਚ ਆ। ਇਹ 2 ਕੀਤੇ ਗਏ ਸੀ। ਫਿਰ ਇਹ ਤੋਂ ਬਾਅਦ 2021 ਦੇ ਵਿੱਚ ਤਾਂ ਬਸ ਆਹੀ ਕਰੇ ਗਏ ਨੇ, ਜਿਹੜੇ ਆਪਣੇ ਇਹ ਤੋਂ ਬਾਅਦ ਦੇ ਵਿੱਚ ਐਡ ਕੀਤੇ ਗਏ ਨੇ, ਕਿਉਂਕਿ ਆਪਣੇ ਜਦੋਂ ਤੁਸੀਂ ਉਹਨੂੰ ਗੂਗਲ ਕਰਦੇ ਹੋ ਤਾਂ 42 ਦਿਖਾਉਂਦਾ। ਤਾਂ 4 ਆਪਣੇ ਆਹ ਨਵੇਂ ਐਡ ਹੋਏ ਨੇ, ਔਰ ਇੱਕ ਆਪਣਾ ਆਹ ਹੋਇਆ, ਤਾਂ 5 ਨਵੇਂ ਐਡ ਹੋਏ ਨੇ, ਤਾਂ ਉਹ 47 ਬਣਦੇ ਆ। ਤਾਂ ਹੁਣ 47 ਨੇ ਜਿਹੜੇ ਇਹਨਾਂ ਦੇ ਵਿੱਚ ਦੇਖ ਲਿਆ। ਤਾਂ 2020 ਦੇ ਵਿੱਚ ਵੀ ਦੇਖ ਲਈਏ ਥੋੜ੍ਹਾ ਜਿਹਾ। ਤਾਂ 2020 ਦੇ ਵਿੱਚ ਜਿਹੜਾ ਦਸੰਬਰ ਦੇ ਵਿੱਚ ਕਰਿਆ ਸੀ ਨਾ, ਉਹ ਇੱਕ ਕਰਿਆ ਸੀਗਾ ਸ਼ੋਕਰ ਵੈਟਲੈਂਡ ਸੀ। ਇਹ ਕੰਪਲੈਕਸ ਆ ਇੱਕ, ਅਤੇ ਇਹ ਆਪਣਾ ਹਾਈ ਐਲਟੀਟਿਊਡ 'ਤੇ ਆ ਸਭ ਤੋਂ ਜ਼ਿਆਦਾ। ਬਸ ਇਹ ਇੱਕ ਹੀ ਵੀ ਆਪਣਾ ਪੁਆਇੰਟ ਬਣਦਾ ਵੀ ਇੰਡੀਆ ਦਾ ਸਭ ਤੋਂ ਹਾਈ ਐਲਟੀਟਿਊਡ ਵਾਲਾ ਕਿਹੜਾ, ਸ਼ੋਕਰ, ਜਿਵੇਂ ਪੈਂਗਸੋ ਲੇਕ ਕਹਿੰਦੇ ਆ ਨਾ, ਤਾਂ ਉਵੇਂ ਵਾਲਾ ਇਹ ਟੀ ਇੱਥੇ ਸਾਇਲੈਂਟ ਆ। ਸ਼ੋਕਰ ਵੈਟਲੈਂਡ ਕੰਪਲੈਕਸ ਆ, ਹਾਈ ਐਲਟੀਟਿਊਡ ਵਾਲਾ, ਜਿਹੜੀਆਂ ਮਤਲਬ ਕਿ 2 ਲੇਕਸ ਦੇ ਕੰਟੈਕਟ ਦੇ ਬਣਦਾ। ਇੱਕ ਤਾਂ ਹੈਗੀ ਇੱਥੇ ਸਟਾਰਸਪਕ, ਇੱਕ ਹੈਗੀ ਆ ਸ਼ੋਕਰ, ਦੋਵੇਂ ਲਦਾਖ ਦੇ ਵਿੱਚ ਹੀ ਨੇ। ਤਾਂ ਇਹਨਾਂ ਨੂੰ ਮਤਲਬ ਕਿ ਕਨੈਕਟਡ ਹੋ ਕੇ ਬਣਦਾ ਇਹ। ਅਤੇ ਇਹ ਆਪਣਾ 2020 ਦਸੰਬਰ ਦੇ ਵਿੱਚ ਜਿਹੜਾ ਇਹਨੂੰ ਡਿਕਲੇਅਰ ਕੀਤਾ ਗਿਆ ਸੀ। ਤਾਂ ਨਵੰਬਰ ਦੇ ਵਿੱਚ ਇਹ ਤੋਂ ਪਹਿਲਾਂ ਲੋਨਾਰ ਲੇਕ ਆ ਜਿਹੜੀ, ਉਹ ਮਹਾਰਾਸ਼ਟਰ ਅਤੇ ਉਹ ਕੀਤੀ ਸੀ। ਔਰ ਇਸ ਤੋਂ ਪਹਿਲਾਂ ਆਪਣਾ ਸੂਰ ਸਰੋਵਰ, ਜਾਂ ਫਿਰ ਉਹਦਾ ਨਾਮ ਹੀ ਹੈ ਕੀਥਮ ਲੇਕ, ਕੀਥਮ ਲੇਕ ਅਤੇ ਸੂਰ ਸਰੋਵਰ ਦੋਨੇ ਇੱਕ ਹੀ ਹੈ। ਇਹ ਆਗਰਾ ਦੇ ਵਿੱਚ, ਇਹ ਵੀ ਕੀਤੇ ਗਏ ਸੀਗੇ। ਔਰ ਇੱਕ ਕੀਤਾ ਗਿਆ ਸੀਗਾ ਆਪਣਾ ਅਸਨ ਬੈਰਾਜ, ਇਹ ਯੂਕੇ ਉੱਤਰਾਖੰਡ ਦੇ ਵਿੱਚ ਸੀਗਾ। ਬਾਕੀ ਕਿਹੜੀਆਂ ਸਟੇਟ ਇਹ ਵੀ ਆ ਸਕਦਾ ਤੁਹਾਨੂੰ, ਛੱਤੀਸਗੜ੍ਹ, ਕਰਨਾਟਕਾ, ਤੇਲੰਗਾਨਾ, ਇਹਨਾਂ ਦੇ ਵਿੱਚ ਮਤਲਬ ਹੁਣ ਤੱਕ ਜਦੋਂ ਆਪਾਂ ਗੱਲ ਕਰ ਰਹੇ ਹਾਂ, ਜਿਵੇਂ ਅੱਜ ਜਨਵਰੀ 2022 ਤੱਕ ਆਪਾਂ ਗੱਲ ਕਰ ਰਹੇ ਹਾਂ, ਤਾਂ ਛੱਤੀਸਗੜ੍ਹ, ਕਰਨਾਟਕਾ, ਤੇਲੰਗਾਨਾ, ਇਹਨਾਂ ਦੇ ਵਿੱਚ ਹਜੇ ਤੱਕ ਹੈ ਨਹੀਂਗਾ ਕੋਈ। ਓਕੇ, ਇਹਨਾਂ ਦੇ ਵਿੱਚ ਕੋਈ ਹੈ ਨਹੀਂਗਾ। ਅਤੇ ਸੁੰਦਰਬਨ ਆਪਣਾ ਉਹ ਸਭ ਤੋਂ ਕੋਲਕਾਤਾ 'ਚ ਆ, ਅਤੇ ਉੱਥੇ ਆਪਣਾ ਸਭ ਤੋਂ ਲਾਰਜੈਸਟ ਹੈ ਇੰਡੀਆ ਦਾ। ਇੱਥੋਂ ਤੱਕ ਤੁਹਾਨੂੰ ਕਲੀਅਰ ਆ। ਅਤੇ ਜਿਹੜਾ ਮਹਾਰਾਸ਼ਟਰ ਦਾ, ਉਹ ਪਹਿਲਾਂ ਉਹਦਾ ਕਿਹੜਾ ਸੀ, ਨੰਦੋਰ, ਜਿਹੜਾ 10 ਨਵੇਂ ਐਡ ਕਰੇ ਸੀ ਨਾ ਇੱਕ ਵਾਰੀ ਪਹਿਲਾਂ, ਜਦੋਂ ਕਿਹਾ ਸੀ ਵੀ 10 ਨਵੇਂ ਐਡ ਕੀਤੇ ਗਏ ਪੰਜਾਬ ਦੇ ਵਿੱਚ ਵੀ, ਉਹ 3 ਸੀ ਜਿਹੜੇ ਉਦੋਂ ਹੀ ਐਡ ਕਰੇ ਗਏ ਆ, ਕੇਸੋਪੁਰ, ਬਿਆਸ, ਨੰਗਲ। ਇਹ ਆਪਣੇ ਬਾਅਦ ਦੇ ਵਿੱਚ ਹੀ ਇਹਨਾਂ ਨੇ 10 ਜਦੋਂ ਨਵੇਂ ਐਡ ਕਰੇ ਸੀ, ਤਾਂ ਉਦੋਂ ਹੀ ਆਪਣੇ ਐਡ ਕਰੇ ਨੇ ਇਹ 2019 'ਚ ਸੀਗੇ। ਤਾਂ ਮਹਾਰਾਸ਼ਟਰ ਦੇ ਵਿੱਚ ਆਪਣੇ ਸੀਗਾ ਨੰਦੌਰ, ਉਹ ਪਹਿਲਾ ਹੀ ਸਟੇਟ ਦਾ ਉਹਨਾਂ ਦਾ ਪਹਿਲਾ ਸੀਗਾ। ਤਾਂ ਪੰਜਾਬ ਦੇ ਵਿੱਚ 3 ਹੋਏ ਸੀ, ਯੂਪੀ ਦੇ ਵਿੱਚ ਉਦੋਂ 6 ਹੋਏ ਸੀ। ਨਵਾਬਗੰਜ ਉਦੋਂ ਕਰਿਆ, ਪਾਰਬਤੀ ਆਗਰਾ ਉਦੋਂ ਕਰਿਆ ਇਹਨਾਂ ਨੇ। ਬਾਕੀ ਸਮਨ ਸੀਗਾ, ਸਮਸਪੁਰ ਸੀਗਾ, ਠੀਕ ਆ, ਔਰ ਸਰਸਾਈ ਸੀਗਾ। ਤਾਂ ਇਹ ਸੀਗੇ ਜਿਹੜੇ ਇਹ ਉਦੋਂ ਇਹਨਾਂ ਨੇ ਯੂਪੀ ਦੇ ਵਿੱਚ ਐਡ ਕਰੇ ਸੀ 6, ਪੰਜਾਬ ਦੇ ਵਿੱਚ 3 ਸੀ, ਕੇਸੋਪੁਰ, ਬਿਆਸ, ਨੰਗਲ। ਬਸ ਯਾਦ ਰੱਖਣਾ ਵੀ ਕੇਸੋਪੁਰ, ਬਿਆਸ, ਨੰਗਲ ਇਹ 3 ਬਾਅਦ ਦੇ ਵਿੱਚ ਕਰੇ ਨੇ, ਔਰ ਕੇਸੋਪੁਰ ਅਤੇ ਬਿਆਸ ਆਪਣੇ 2 ਨੈਚੁਰਲ ਨੇ, ਬਾਕੀ ਸਾਰੇ ਆਪਣੇ ਮੈਨ ਮੇਡ ਨੇ। ਅਤੇ ਸਭ ਤੋਂ ਜਿਹੜਾ ਦੁਨੀਆ ਦਾ ਪਹਿਲਾਂ ਕੀਤਾ ਗਿਆ ਆਸਟ੍ਰੇਲੀਆ ਦੇ ਵਿੱਚ ਕਰਿਆ ਗਿਆ। ਅਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਕੁਐਸਚਨ ਵੱਲ। ਤਾਂ ਹੁਣ ਦੇਖੋ, ਵਰਲਡ ਵੈਟਲੈਂਡ ਡੇ ਸੈਲੀਬ੍ਰੇਟਡ ਐਵਰੀ ਈਅਰ 2 ਫੈਬਰਵਰੀ ਐਜ਼ ਰਾਮਸਰ ਕਨਵੈਨਸ਼ਨ ਟੁੱਕ ਪਲੇਸ 1971।
ਬਸ ਠੀਕ ਆ ਵੀ ਪਹਿਲਾ ਪੁਆਇੰਟ ਆ ਜਿਹੜਾ ਉਹ ਜਮਾ ਸਹੀ ਹੈ ਇਹਦਾ। ਓਕੇ, ਤਾਂ ਇੱਕ ਸਹੀ ਆ, ਤਾਂ ਇਹ ਇੱਕ ਤਾਂ ਇਹਦੇ 'ਚ ਹੈ ਨਹੀਂਗਾ, ਆਹ ਆਪਸ਼ਨ ਕੱਟ ਦੋ। ਠੀਕ ਆ, ਤਾਂ ਇਸ ਤੋਂ ਬਾਅਦ ਮੌਂਟ੍ਰੈਕਸ ਰਿਕਾਰਡ ਇਜ਼ ਦਾ ਰਜਿਸਟਰ ਆਫ ਵੈਟਲੈਂਡਸ ਸਾਈਟਸ ਔਨ ਦਾ ਰਾਮਸਰ ਲਿਸਟ ਵਿਚ ਆਰ ਫੇਸਿੰਗ ਔਰ ਮੇ ਫੇਸ ਡਿਊ ਟੂ ਹਿਊਮਨ ਇੰਟਰਫੇਰੈਂਸ। ਮਤਲਬ ਜਿਹੜੇ ਹਿਊਮਨ ਇੰਟਰਫੇਰੈਂਸ ਦੇ ਨਾਲ ਆਉਂਦੇ ਉਹ ਇਹਦੇ 'ਚ ਆਉਂਦੇ, ਆਪਣੇ ਮੌਂਟ੍ਰੈਕਸ ਰਿਕਾਰਡ ਦੇ ਵਿੱਚ ਆਉਂਦੇ ਆ। ਤਾਂ ਆਪਾਂ ਗੱਲ ਕਰੀ ਸੀ ਵੀ ਇਹ ਕੀ ਹੈ, ਇੱਕ ਰਜਿਸਟਰ ਹੈ ਇਹਨਾਂ ਦਾ। ਤਾਂ ਇਹ ਦੂਸਰਾ ਪੁਆਇੰਟ ਜਮਾ ਸਹੀ ਆ, ਤਾਂ ਦੂਸਰਾ ਪੁਆਇੰਟ ਇਹਦੇ 'ਚ ਨਹੀਂ ਹੈਗਾ, ਇਹ ਵੀ ਕੱਟਿਆ ਗਿਆ। ਤਾਂ ਹੁਣ ਦੇਖੋ ਆਹ ਦੋ ਤਾਂ ਜਮਾ ਸਹੀ ਹੋ ਗਏ, ਹੁਣ ਆਪਣਾ ਤੀਸਰਾ ਬਚਿਆ। ਤਾਂ ਆਪਸ਼ਨਾਂ ਵੀ ਆਪਣੇ ਕੋਲੇ ਦੋ ਬਚੀਆਂ, ਤਾਂ ਹੁਣ ਜਾਂ ਤਾਂ ਆਪਣੀ ਆ ਆਊਗੀ ਜਾਂ ਫਿਰ ਆਪਣੀ ਆ ਆਊਗੀ। ਤਾਂ ਨੰਦੌਰ ਜਿਹੜਾ ਆਪਾਂ ਗੱਲ ਕਰੀ ਸੀ, ਤਾਂ ਐਂਡ ਕੇਸੋਪੁਰ ਮਿਆਨੀ ਆਰ ਅਮੰਗ ਦਾ ਲੇਟੈਸਟ 10 ਵੈਟਲੈਂਡਸ ਫਰੋਮ ਇੰਡੀਆ ਐਡਡ ਟੂ ਦਾ ਰਾਮਸਰ ਕਨਵੈਨਸ਼ਨ। ਤਾਂ ਆਪਾਂ ਗੱਲ ਕਰੀ ਸੀ ਵੀ ਜਿਹੜਾ ਨੰਦੌਰ ਆ, ਜਦੋਂ ਆਪਣੇ ਇੰਡੀਆ ਦੇ ਵਿੱਚ ਉਦੋਂ ਕਰੇ ਗਏ ਸੀਗੇ 10, ਤਾਂ ਉਹਨਾਂ ਦੇ ਵਿੱਚੋਂ ਇਹ ਮਹਾਰਾਸ਼ਟਰ ਦਾ ਪਹਿਲਾ ਸੀਗਾ। ਮਹਾਰਾਸ਼ਟਰ 'ਚ ਇੱਕ ਹੀ ਕਰਿਆ ਸੀ ਇਹਨਾਂ ਨੇ, ਮਹਾਰਾਸ਼ਟਰ ਦੇ ਵਿੱਚ ਉਦੋਂ ਇੱਕ ਕਰਿਆ ਸੀ, ਪੰਜਾਬ ਦੇ ਵਿੱਚ 3 ਐਡ ਕਰੇ ਸੀ। ਜਦੋਂ ਆਹ ਵਾਲਾ ਇਹਨਾਂ ਨੇ ਕੀਤੇ ਸੀ ਨਾ, ਤਾਂ ਉਦੋਂ ਮਹਾਰਾਸ਼ਟਰ ਦੇ ਵਿੱਚ ਸਿਰਫ ਇੱਕ ਕਰਿਆ ਸੀ, ਉਹਦਾ ਨਾਮ ਹੀ ਸੀਗਾ ਨੰਦੌਰ। ਨੰਦੂਰ ਆ ਵੈਸੇ ਤਾਂ, ਨੰਦੌਰ ਨਹੀਂ ਹੈਗਾ, ਨੰਦੂਰ। ਨੰਦੂਰ ਇਹ ਸੀਗੀ ਆਪਣਾ, ਤੇ ਪੰਜਾਬ ਦੇ ਵਿੱਚ ਆਪਣੇ 3 ਸੀਗੇ, ਤਿੰਨਾਂ ਦੇ ਆਪਾਂ ਨਾਮ ਪਹਿਲਾਂ ਗੱਲ ਕਰ ਲਏ, ਔਰ ਯੂਪੀ ਦੇ ਵਿੱਚ ਸੀਗੇ 6। ਤਾਂ ਇਹ ਜਿਹੜੇ 10 ਲੇਟੈਸਟ 10 ਵੈਟਲੈਂਡ ਸੀਗੇ, ਤਾਂ ਇਹ ਵਾਲੇ ਇਹਨਾਂ ਨੇ ਨਾਮ ਦੱਸੇ ਨੇ। ਤਾਂ ਆਪਾਂ ਕਹਾਂਗੇ ਵੀ ਠੀਕ ਆ। ਤਾਂ ਹੁਣ ਇਹਦੀਆਂ ਜਿਹੜੀਆਂ ਤਿੰਨੋਂ ਆਪਸ਼ਨਾਂ ਸੀਗੀਆਂ, ਆਹ ਸਾਰੀਆਂ ਆਪਸ਼ਨਾਂ ਆਲ ਦਾ ਅਬਵ ਦਾ ਆਨਸਰ ਆ ਜਾਊਗਾ, ਵੀ ਸਾਰੀਆਂ ਆਪਸ਼ਨਾਂ ਜਿਹੜੀਆਂ ਇਹਦੀਆਂ ਬਿਲਕੁਲ ਸਹੀ ਨੇ। ਉਮੀਦ ਕਰਦੇ ਹਾਂ ਵੀ ਤੁਹਾਨੂੰ ਰਾਮਸਰ ਕਨਵੈਨਸ਼ਨ ਤੇ ਕੀ ਹੁੰਦਾ, ਵੈਟਲੈਂਡ ਕੀ ਹੁੰਦੇ ਆ, ਔਰ ਇਹਨਾਂ ਦਾ ਸਿਗਨੀਫੀਕੈਂਸ ਕੀ ਆ, ਕਿਹੜੀਆਂ-ਕਿਹੜੀਆਂ ਸਾਈਟਸ ਨੇ, ਪਹਿਲੀ ਕਿਹੜੀ ਆ, ਮੌਂਟ੍ਰੈਕਸ ਰਿਕਾਰਡ ਕੀ ਆ, ਕਿਹਦੇ ਨਾਲ ਮਿਲ ਕੇ ਕੰਮ ਕਰਦੇ ਆ, COP ਕੀ ਆ, ਔਰ ਲਾਰਜੈਸਟ ਕਿਹੜੇ-ਕਿਹੜੇ ਨੇ, ਔਰ ਬਿਆਸ ਕੰਜ਼ਰਵੇਸ਼ਨ ਜਾਂ ਫਿਰ ਆਪਣੇ ਇੰਡੀਆ ਦੇ ਜਿਹੜੇ ਪੰਜਾਬ ਦੇ ਕਿਹੜੇ-ਕਿਹੜੇ ਨੇ, ਤਾਂ ਉਹ ਸਭ ਕਲੀਅਰ ਹੋਣਗੇ। ਕੁਐਸਚਨ ਵੀ ਆਪਾਂ ਤੁਹਾਨੂੰ ਕਰਵਾਇਆ ਇੱਕ ਸਟੇਟਮੈਂਟਸ ਨੂੰ ਕਿਵੇਂ ਦਾ ਬਣ ਸਕਦਾ। ਤਾਂ ਹਜੇ ਤੱਕ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਤਾਂ ਪਲੀਜ਼ ਉਹ ਪ੍ਰੀਤ ਐਜੂਕੇਸ਼ਨ ਚੈਨਲ ਨੂੰ ਸਬਸਕ੍ਰਾਈਬ ਕਰਨ, ਔਰ ਜ਼ਿਆਦਾ ਤੋਂ ਜ਼ਿਆਦਾ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਅੱਗੇ। ਔਰ ਜਿਨ੍ਹਾਂ ਨੂੰ ਵੀ ਇਹਦਾ PDF ਚਾਹੀਦਾ ਹੋਇਆ, ਉਹ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰਕੇ ਉੱਥੇ ਆਪਣਾ PDF ਡਾਊਨਲੋਡ ਕਰ ਸਕਦੇ ਆ। ਤੇ ਜਿਨ੍ਹਾਂ ਨੂੰ ਕੋਈ ਡਾਊਟ ਬਚਿਆ, ਉਹ ਇੱਥੇ ਵੀ ਕਮੈਂਟ ਕਰ ਸਕਦੇ ਆ, ਉਹ ਸਾਡੇ ਟੈਲੀਗ੍ਰਾਮ ਤੇ ਜਾਂ ਸਾਡੇ ਇੰਸਟਾਗ੍ਰਾਮ ਤੇ ਵੀ ਜਾ ਕੇ ਉੱਥੇ ਆਪਦਾ ਤੁਸੀਂ ਜਿਹੜਾ ਤੁਹਾਡਾ ਕੋਈ ਡਾਊਟ ਆ ਉਹ ਤੁਸੀਂ ਸਾਡੇ ਤੋਂ ਕਲੀਅਰ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ।